KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 4 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 6045929191। स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब। सब तो पहला तो असीं साडे गवांढी US वालियां नूं इंडिपेंडेंस डे ਦੀਆਂ ਮੁਬਾਰਕਾਂ ਦਿੰਦੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਖਬਰਾਂ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਜੋ ਆ ਉਹ ਸ਼ੁਰੂ ਕਰਦੇ ਆ। ਵਿਕਟੋਰੀਆ ਪੁਲਿਸ ਡਿਪਾਰਟਮੈਂਟ ਨੇ ਪੁਲਿਸ ਦਾ ਅਕਸ ਸੁਧਾਰਨ ਦੇ ਲਈ ਹੁਣ ਇੱਕ ਰਿਪੋਰਟ ਜਾਰੀ ਕੀਤੀ ਆ। ਉਸ ਰਿਪੋਰਟ ਦੇ ਵਿੱਚ ਕੀ ਕੁਝ ਕਿਹਾ ਉਹਨਾਂ ਨੇ ਸਾਡੇ ਸਰੋਤਿਆਂ ਨੂੰ ਵਿਸਥਾਰ ਦੇ ਨਾਲ ਦੱਸੋ। ਦੇਖੋ, ਇਹ ਜਦੋਂ ਜਾਰਜ ਫਲੋਇਡ ਨੂੰ ਤੁਹਾਨੂੰ ਯਾਦ ਹੋਣਾ ਹੈ ਅਮਰੀਕਾ ਦੇ ਵਿੱਚ ਕਾਲੇ ਨੂੰ ਮਾਰਿਆ ਸੀ ਨਾ। ਹਾਂਜੀ। ਉਹਦੇ ਧੌਣ ਤੇ ਕਿਸੇ ਨੇ ਗੋਡਾ ਰੱਖਿਆ ਸੀ ਬਹੁਤ ਬੇਰਹਿਮੀ ਦੇ ਨਾਲ। ਉਹ ਕਹਿ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆਉਂਦਾ। ਹਾਂਜੀ। $20 ਦੀ ਖਾਤਰ $20 ਦਾ ਇਲਜ਼ਾਮ ਲਾਇਆ ਸੀ। ਹਾਂਜੀ। ਪਤਾ ਨਹੀਂ ਉਹ ਸੱਚਾ ਜਾਂ ਝੂਠਾ ਕਿ ਉਹ $20 ਨਕਲੀ ਚਲਾ ਰਿਹਾ ਸੀ ਅੰਦਰ। ਉਸ ਵੇਲੇ ਬਹੁਤ ਮੁਜ਼ਾਹਰੇ ਹੋਏ, ਬਹੁਤ ਐਜੀਟੇਸ਼ਨਸ ਹੋਈਆਂ ਕੈਨੇਡਾ ਦੇ ਵਿੱਚ ਵੀ US ਦੇ ਵਿੱਚ ਵੀ, ਔਰ ਖਾਸ ਤੌਰ ਤੇ ਪੁਲਿਸ ਦੇ ਖਿਲਾਫ ਕਿ ਇਹ ਪੁਲਿਸ ਸਾਰੇ ਤਸ਼ੱਦਦ ਕਰਦੇ ਆ, ਇਹ ਜ਼ੁਲਮ ਕਰਦੇ ਆ, ਇਹਨਾਂ ਦੀ ਨਫਰੀ ਘਟਾਓ, ਇਹਨਾਂ ਦੇ ਬਜਟ ਘਟਾਓ। ਤੇ ਉਸ ਵੇਲੇ ਵਿਕਟੋਰੀਆ ਦੀ ਜਿਹੜੀ ਕੌਂਸਲ ਸੀ ਖਾਸ ਤੌਰ ਤੇ, ਇਹ ਕੌਂਸਲ ਵਾਲੇ ਵੀ ਪੁਲਿਸ ਦੇਖੋ ਇਹਨਾਂ ਦੇ ਕੰਟਰੋਲ ਦੇ ਥੱਲੇ ਪੁਲਿਸ ਹੈ, ਉਹ ਵੀ ਉਹਨਾਂ ਦੇ ਖਿਲਾਫ ਹੋਏ ਸੀ। ਹਾਂਜੀ। ਉੱਥੇ ਇੱਕ ਮੂਰਲ ਆ ਬਣਾਇਆ ਇਹਨਾਂ ਨੇ ਡਾਊਨਟਾਊਨ ਵਿਕਟੋਰੀਆ, ਗਵਰਨਮੈਂਟ ਸਟਰੀਟ ਤਾਂ ਵਿਊ ਸਟਰੀਟ ਤੇ ਆ, ਬੈਸਟਨ ਸਕੁਏਅਰ ਉਹਨੂੰ ਕਹਿੰਦੇ ਆ, ਜਿੱਥੇ ਐਕਚੁਅਲੀ ਸੰਡੇ ਨੂੰ ਮਾਰਕੀਟ ਵੀ ਲੱਗਦੀ ਹੁੰਦੀ ਹੈ, ਬਿਲਕੁਲ ਲੈਜਿਸਲੇਟਿਵ ਦੇ ਲਾਗੇ ਜਾਏ। ਤੇ ਉੱਥੇ ਉਹਨਾਂ ਨੇ ਮਿਊਰਲ ਜਿਹੜਾ ਬਣਾਇਆ ਸੀ ਉਹਨੂੰ ਸਿਟੀ ਕਾਉਂਸਲ ਨੇ ਫੰਡਿੰਗ ਦਿੱਤੀ ਸੀ। ਉਹ ਤੇ ਲਿਖਿਆ ਸੀ ਵੀ ਨੋ ਜਸਟਿਸ ਨੋ ਪੀਸ, ਤੇ ਉਹ ਕਾਫੀ ਸੋਹਣਾ ਜਿਹਾ ਬਣਾਇਆ, 17-18 ਆਰਟਿਸਟ ਇਕੱਠੇ ਹੋ ਕੇ ਬਣਾਇਆ ਸੀ। ਤੇ ਨਾਲ ਉਹਦੇ ਇੱਕ ਲਿਖਿਆ ਆ ACAB, all cops are bastards। ਤੇ ਉਹਦੇ ਤੇ ਮਤਲਬ ਪੁਲਿਸ ਵਾਲਿਆਂ ਨੂੰ ਵੀ ਪਤਾ ਸੀ, ਸਾਰੀ ਦੁਨੀਆ ਨੂੰ ਐਕਚੁਅਲੀ ਪਤਾ ਸੀ ਵੀ ਉਹਦਾ ਮਤਲਬ ACAB ਦਾ ਮਤਲਬ ਕੀ ਹੈ। ਹਾਂਜੀ। ਉਹਨਾਂ ਨੇ ਇਹ ਕਿਹਾ ਵੀ ਸਾਰੇ ਹੀ ਨਹੀਂ ਅਸੀਂ ਏਦਾਂ ਦੇ, ਤੇ ਥੋੜੇ ਜਿਹੇ ਹੈਗੇ ਆ। ਹਾਂਜੀ। ਤੇ ਇਸ ਕਰਕੇ ਉਹ ਅਕਸ ਜਿਹੜਾ ਸੀ ਕਾਫੀ ਵਿਗੜਿਆ ਇਹਨਾਂ ਦਾ। ਇਹਨਾਂ ਦੇ ਖਾਸ ਤੌਰ ਤੇ ਨੇਟਿਵਸ ਦੇ ਖਿਲਾਫ ਇਹ ਵਾਇਲੈਂਸ ਜ਼ਿਆਦਾ ਯੂਜ਼ ਕਰਦੇ ਆ। ਲੋਕੀ ਜਿਹੜੇ ਮੈਂਟਲੀ ਅਪਸੈਟ ਹੁੰਦੇ ਆ ਉਹਨਾਂ ਦੇ ਜਾ ਕੇ ਸ਼ੂਟ ਕਰ ਦਿੰਦੇ ਆ। ਤੇ ਉਹ ਹੁਣ ਪੁਲਿਸ ਵਾਲਿਆਂ ਨੇ ਆਪਣੀ ਡਿਫੈਂਸ ਦੇ ਵਿੱਚ ਇਹ ਰਿਪੋਰਟ ਦੇ ਵਿੱਚ ਆਪਣਾ ਅਕਸ ਬਦਲਣ ਲਈ ਇੱਕ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਫਾਰ ਐਗਜ਼ਾਮਪਲ ਸਭ ਤੋਂ ਪਹਿਲਾਂ ਜਿੱਦਾਂ US ਦੇ ਵਿੱਚ ਜਿੰਨੇ ਮਰਦੇ ਆ ਪੁਲਿਸ ਵਾਲੇ, ਉਹਨੇ ਤਾਂ ਸਾਡੇ ਨਹੀਂ ਮਰਦੇ ਕਿਉਂਕਿ ਸਾਡੇ ਇੰਨੀਆਂ ਗਨਜ਼ ਨਹੀਂ। ਹਾਂਜੀ। ਪਰ ਫਿਰ ਵੀ ਉਹ ਕਹਿੰਦੇ ਕਿ ਚਾਂਸਸ ਤਾਂ ਸਾਰਿਆਂ ਸਿਵਿਲੀਅਨ ਦੇ ਮੁਕਾਬਲੇ ਪੁਲਿਸ ਦੇ ਮਰਨ ਦੇ ਚਾਂਸਸ ਜ਼ਿਆਦਾ ਹੈ ਸਿਵਿਲੀਅਨ ਇੱਥੇ ਕੈਨੇਡਾ ਦੇ ਵਿੱਚ। ਦੂਜਾ, ਜੇ ਉਹ ਭਾਵੇਂ ਸ਼ੂਟਿੰਗ ਨਹੀਂ ਵੀ ਹੁੰਦੀ ਫਿਰ ਵੀ ਜੋ ਕੁਛ ਉਹ ਦੇਖਦੇ ਆ ਹਰ ਰੋਜ਼, ਉੱਤੇ ਉਹਦਾ ਮਨ ਤੇ ਟਰਾਮਾ ਜਿਹਾ ਹੋ ਜਾਂਦਾ, ਉਹਨਾਂ ਦੇ ਅਸਰ ਰਹਿੰਦਾ। ਤੇ ਉਹ ਦੇਖ ਕੇ ਕਈ ਵਾਰੀ ਉਹਨਾਂ ਦੇ ਕੋਲ, ਉਹ ਵੀ ਤਾਂ ਆਖਰਕਾਰ ਤਾਂ ਇਨਸਾਨ ਹੈ। ਹਾਂਜੀ। ਉਹਨਾਂ ਦਾ ਵੀ ਮਨ, ਤੁਸੀਂ ਦੇਖੋਗੇ ਕਿਸੇ ਬੰਦੇ ਨੂੰ ਮਰਦੇ ਨੂੰ ਦੇਖ ਲਓ, ਉਹਦੀ ਬੋਡੀ ਤੇ 7-8 ਗੋਲੀਆਂ ਚੱਲੀਆਂ, ਉਹ 'ਚੋਂ ਖੂਨ ਨਿਕਲ ਰਿਹਾ। ਕੋਈ ਆਮ ਬੰਦਾ ਤਾਂ ਬੇਹੋਸ਼ ਹੋ ਜਾਂਦਾ ਜੀ, ਪਰ ਫਿਰ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਦੇਖਣਾ ਪੈਂਦਾ, ਚੱਕਣਾ ਪੈਂਦਾ, ਉਹਨੂੰ ਆਟੋਪਸੀ ਲਈ ਭੇਜਣਾ ਪੈਂਦਾ, ਤੇ ਉਹ ਤੋਂ ਬਾਅਦ ਕਈਆਂ ਨੂੰ ਟਰਾਮਾ ਸੱਚੀ ਹੋ ਜਾਂਦਾ ਜੀ। ਜੇ ਕਈ ਵਾਰੀ ਵਾਇਲੈਂਸ ਦੇਖਦੇ ਘਰਾਂ ਦੇ ਵਿੱਚ ਜਾ ਕੇ, ਜੇ ਵਾਈਫ ਹਸਬੈਂਡ ਵੀ ਲੜਦੇ ਹੋਣ ਇੱਕ ਦੂਜੇ ਨੂੰ,
ਤੇ ਉਹਦੇ ਤੋਂ ਹੀ ਉਹਨਾਂ ਨੂੰ ਮਾੜਾ ਟਰਾਮਾ ਹੋ ਜਾਂਦਾ। ਤੇ ਇੱਕ ਵਾਰੀ ਪਿੱਛੇ ਜਿਹੇ ਇੱਕ ਵਿਕਟੋਰੀਆ ਪੁਲਿਸ ਦੀ ਬਦਕਿਸਮਤੀ ਵੀ ਹੋਣੀ ਹੈ ਕਿ 1-2 ਕਾਲਸ ਆਈਆਂ ਐਮਰਜੈਂਸੀ ਲਈ, ਉਹ ਕਿਤੇ ਕੋਈ ਪਹੁੰਚਿਆ ਹੀ ਨਹੀਂ ਉਹਨਾਂ ਚੋਂ। ਹਾਂਜੀ। ਤੇ ਫਿਰ ਉਹ ਪੁਲਿਸ ਚੀਫ ਨੇ ਇਹ ਕਿਹਾ, ਉਹ ਕਹਿੰਦਾ ਵੀ ਇਹ ਨਾ ਸੋਚੋ ਕਿ ਬੰਦੇ ਸਾਰੇ ਆਏ ਨਹੀਂ ਤੇ ਇਹ ਇੱਥੇ ਬੈਠੇ ਡੋਨਟ ਹੀ ਖਾਂਦੇ ਆ। ਬਹੁਤ ਬੰਦੇ ਆ ਜਿਹੜੇ ਸਾਡੇ ਟਰਾਮਾ ਦੇ ਥਰੂ ਜਾ ਰਹੇ ਆ, ਸਟ੍ਰੈਸ ਦੇ ਵਿੱਚ ਆ, ਉਹਨਾਂ ਦੇ ਦਿਮਾਗ ਤੇ ਅਸਰ ਪਿਆ ਆ ਕਿਸੇ ਚੀਜ਼ ਦਾ। ਸੋ ਉਹਨਾਂ ਸਾਰੀਆਂ ਗੱਲਾਂ ਦੇ ਬੈਕਗਰਾਉਂਡ ਨੂੰ ਦੇਖਦੇ ਹਨ। ਹੁਣ ਅਕਸਰ ਸੁਧਾਰਨ ਦੀ ਉਹਦੀ ਥੋੜੀ ਜਿਹੀ ਅਟੈਂਪਟ ਹੈ। ਹਾਂਜੀ, ਉਹਨਾਂ ਨੇ ਵੈਸੇ ਵੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਕਿ ਜਿਹੜੀ ਪੁਲਿਸ ਦੀ ਜਿਹੜੀ ਜੌਬ ਹੁੰਦੀ ਆ ਈਜ਼ੀ ਨਹੀਂ, ਪਰ ਜਦੋਂ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਹੈਲਪ ਲਈ ਤਾਂ ਲੋਕਾਂ ਨੇ ਪੁਲਿਸ ਨੂੰ ਹੀ ਬੁਲਾਉਣਾ ਹੁੰਦਾ। ਤੇ ਹੁਣ ਇਹਦਾ ਵਾਈਟਲ ਰੋਲ ਆ। ਜਦੋਂ ਅਸੀਂ ਸਾਡੇ ਕੁਝ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ 911 ਚਲੋ ਪੁਲਿਸ ਨੂੰ ਕਾਲ ਕਰਦੇ। ਹਾਂਜੀ, ਬਿਲਕੁਲ। ਹੁਣ ਪੁਲਿਸ ਦੀ ਜਿਹੜੀ ਸਾਡੇ ਇਹ ਉਹਨਾਂ ਦੇ ਖਿਲਾਫ ਜਿਹੜੀ ਅਕਸ ਖਰਾਬ ਕਰਨ ਵਾਲੇ ਜਿਹੜੇ ਬੰਦੇ ਐਕਚੁਅਲੀ ਉਹਨਾਂ ਦੇ ਖਿਲਾਫ ਐਜੀਟੇਸ਼ਨ ਕਰਦੇ ਆ, ਉਹ ਰਿਪੋਰਟ ਸਾਈਟ ਕਰਦੇ ਆ। ਇੱਥੇ 2019 ਦੇ ਵਿੱਚ ਇੱਕ ਰਿਪੋਰਟ ਆਈ ਸੀ, 2000 ਤੋਂ 2018 ਦੇ ਉਹਨਾਂ ਨੇ ਫਿਗਰ ਦਿੱਤੇ ਸੀ ਕਿ ਕਿੰਨੇ ਲੋਕਾਂ ਨੂੰ ਕੈਨੇਡੀਅਨ ਪੁਲਿਸ ਨੇ ਮਾਰਿਆ। 461 ਬੰਦੇ ਟੋਟਲ ਸਿਵਿਲੀਅਨਸ। ਇਹਨਾਂ ਦੇ ਵਿੱਚੋਂ 64% ਉਹ ਲੋਕ ਸੀ ਜਿਹੜੇ ਮੈਂਟਲੀ ਡਿਸਟਰਬ ਸੀ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ। ਹੁਣ ਮੈਂਟਲੀ ਡਿਸਟਰਬਡ ਜਿਹੜਾ ਬੰਦਾ ਆ, ਹੋ ਸਕਦਾ ਮਾੜਾ ਜਿਹਾ ਝਗੜਾ ਹੋਇਆ ਹੋਵੇ, ਉਹ ਚਾਕੂ ਕਈ ਵਾਰੀ ਹੱਥ 'ਚ ਲੈ ਕੇ ਤੁਰਿਆ ਫਿਰਦਾ ਹੁੰਦਾ ਕਿਉਂਕਿ ਉਹਨੂੰ ਡਰ ਹੁੰਦਾ ਆਪਣਾ ਕਿ ਉਹਨੂੰ ਨੁਕਸਾਨ ਨਾ ਹੋ ਜਾਏ। ਆਪਣੇ ਡਰ ਹੋਵੇ ਜਾਂ ਉਹਦੇ ਮੈਂਟਲੀ ਉਹ ਪੂਰਾ ਪ੍ਰੋਪਰ ਸੋਚ ਨਹੀਂ ਸਕਦਾ। ਹਾਂਜੀ, ਉਹ ਬਾਹਰ ਨਿਕਲ ਆਉਂਦਾ, ਪੁਲਿਸ ਨੂੰ ਵੀ ਦਿਖਾਲਦਾ ਨਾਈਫ। ਪੁਲਿਸ ਵਾਲੇ ਫਿਰ ਦੇਖਦੇ ਆ, ਇਹ ਗੱਲ ਅਜੇ ਤਾਈਂ ਨਹੀਂ ਕਿਸੇ ਦੇ ਸਮਝ ਆਈ ਕਿ ਤੁਸੀਂ ਲੱਤ ਤੇ ਮਾਰ ਦਿਓ, ਪੱਟ ਤੇ ਮਾਰ ਦਿਓ ਜੀ, ਤੇ ਇਹ ਸਿੱਧੀ ਮਾਰਨੀ ਤਾਂ ਦਿਲ 'ਚ ਮਾਰਨੀ ਅਗਲੇ ਦੇ, ਉਦੋਂ ਹੀ ਚਿੱਤ ਕਰਕੇ ਸਿਰ ਦੇਣਾ। ਹਾਂਜੀ, ਤੇ ਸਭ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਹੋਈਆਂ ਉਹਨਾਂ 18 ਸਾਲਾਂ ਦੇ ਵਿੱਚ ਇਹ BC ਦੇ ਵਿੱਚ ਹੋਈਆਂ। ਪਰ ਕੈਪੀਟਲ ਦੇ ਹਿਸਾਬ ਨਾਲ BC ਨੰਬਰ 1 ਆ ਪ੍ਰੋਵਿੰਸ, 98 ਮੌਤਾਂ ਹੋਈਆਂ। ਹੁਣ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਨਾਲ ਅਸੀਂ ਪੁਲਿਸ ਵਾਲੇ ਵੀ ਮਰਦੇ ਆ ਨਾ। ਹਾਂਜੀ, ਹੁਣ ਇਹਨਾਂ ਦੀ ਇੱਕ ਪੁਲਿਸ ਦੀ ਰਿਪੋਰਟ ਇਹਨਾਂ ਨੇ ਲੰਬਾ ਸਮਾਂ ਥੋੜਾ ਜਿਹਾ ਲਿਆ, ਇਹਨਾਂ ਨੇ 2010 ਦੇ ਵਿੱਚ ਹੀ ਕੱਢੀ ਸੀ ਤੇ 1961 ਤੋਂ ਲੈ ਕੇ 2009 ਤਾਈਂ ਉਹਨਾਂ ਨੇ ਅੰਕੜੇ ਦਿੱਤੇ ਸੀ। ਤਕਰੀਬਨ ਕਿੰਨੇ ਬਣ ਗਏ 61 ਤੋਂ 2009 ਦੇ 39-40 ਸਾਲ ਬਣ ਜਾਂਦੇ। ਹਾਂਜੀ, ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਦੇ ਵਿੱਚ 133 ਬੰਦੇ ਮਰੇ ਆ ਪੁਲਿਸ ਵਾਲਿਆਂ ਦੇ ਜਿਹੜੇ ਔਨ ਡਿਊਟੀ ਆ। ਸੋ ਪੁਲਿਸ ਵਾਲੇ ਵੀ ਮਰਦੇ ਆ ਪਰ ਪੁਲਿਸ ਵਾਲੇ ਵੀ ਮਰਦੇ ਆ। ਹਾਂਜੀ, ਇਹ ਤੇ ਉਹ ਹਾਈਲਾਈਟ ਕਰਦੇ ਆ ਕਿ ਜੇ ਪੁਲਿਸ ਦੇ ਵਿੱਚ ਨਾ ਹੋਣ ਤੇ ਇਹ ਡੇਂਜਰ ਨਾ ਚੱਲਣ, ਇਹਨਾਂ ਨੂੰ ਖਤਰਾ ਨਾ ਹੋਵੇ ਜ਼ਿੰਦਗੀਆਂ ਦਾ। ਪਰ ਤੁਸੀਂ ਇਹ ਦੇਖੋ ਕਿ 2 ਸਾਲਾਂ ਦੇ ਵਿੱਚ ਤਕਰੀਬਨ 5 ਪੁਲਿਸ ਵਾਲੇ ਔਨ ਡਿਊਟੀ ਮਰ ਜਾਂਦੇ ਆ ਤੇ 50 ਸਿਵਿਲੀਅਨ ਮਰ ਜਾਂਦੇ ਕੈਨੇਡਾ ਦੇ ਵਿੱਚ। ਸੋ ਗਿਣਤੀ ਮਿਣਤੀ ਦੀਆਂ ਇਸ਼ੂਜ਼ ਆ, ਉਹ ਵੀ ਅੰਕੜੇ ਪੇਸ਼ ਕਰੀ ਜਾਂਦੇ, ਇਹ ਵੀ ਅੰਕੜੇ ਪੇਸ਼ ਕਰੀ ਜਾਂਦੇ। ਹਾਂਜੀ, ਤੇ ਫਿਰ ਵੀ US ਦੇ ਨਾਲ ਜਦੋਂ ਕੰਪੈਰੀਜ਼ਨ ਕਰਦੇ ਆ ਤਾਂ ਇਹਨਾਂ ਨੂੰ ਲੱਗਦਾ ਘੱਟ ਆ ਸੀ। ਹਾਂਜੀ, US ਦੇ ਵਿੱਚ ਇੱਕ ਸਾਲ ਦੇ ਵਿੱਚ ਪੁਲਿਸ ਵਾਲੇ 1000 ਬੰਦਾ ਮਾਰ ਦਿੰਦੇ। ਵੈਸੇ ਡਾਕਟਰ ਸਾਹਿਬ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਵੀ ਜਿਹੜੇ ਪੁਲਿਸ ਵਾਲੇ ਜੌਬ ਛੱਡਦੇ ਆ, ਜਦੋਂ ਉਹਨਾਂ ਤੋਂ ਟਰਾਮਾ ਬਰਦਾਸ਼ਤ ਨਹੀਂ ਹੁੰਦਾ, ਉਹਨਾਂ ਦਾ ਸਟ੍ਰੈਸ ਲੈਵਲ ਵੱਧ ਜਾਂਦਾ, ਤੇ ਫਿਰ ਉਸ ਤੋਂ ਬਾਅਦ ਕਹਿੰਦੇ ਆ ਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਉਹ ਕਹਿੰਦੇ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਸਿਰ ਤੋਂ ਬਹੁਤ ਜ਼ਿਆਦਾ ਵੱਡਾ ਕੋਈ ਬੋਝ ਉਤਰ ਗਿਆ ਹੁੰਦਾ। ਦੇਖੋ, ਜਿਹੜੇ ਤੁਸੀਂ ਇਹ ਨਾ ਦੇਖੋਗੇ ਕੁਝ ਪੁਲਿਸ ਵਾਲੇ, ਜਿੱਦਾਂ ਉਹਨਾਂ ਨੇ ਪੁਲਿਸ ਵਿਕਟੋਰੀਆ ਦੀ ਪੁਲਿਸ ਕਹਿੰਦੀ ਸੀ ACBC ਨੂੰ, ACAB ਨੂੰ, ਕਹਿੰਦੇ ਸਾਰੇ ਹੀ ਕਾਪਸ ਇਦਾਂ ਦੇ ਨਹੀਂ ਹੁੰਦੇ। ਹਾਂਜੀ, ਉਹਨਾਂ ਨੇ ਐਸ ਮਿਲਾ ਦਿੱਤਾ ਅੱਗੇ ਵੀ ਹੋ ਸਕਦਾ ਸਾਡੇ 'ਚ ਵੀ ਹੈਗੇ ਆ ਕੋਈ ਮਾੜੇ ਬੰਦੇ। ਉਹਨਾਂ ਨੇ ਵੈਸੇ ਐਡਮਿਟ ਕੀਤਾ ਜਦੋਂ ਉਹਨਾਂ ਨੇ ਐਸ ਅੱਗੇ ਲਗਾਇਆ ਇਹਦੇ। ਉਹ ਕਹਿੰਦੇ ਸਾਡੇ 'ਚ ਮਾੜੇ ਬੰਦੇ ਹੈਗੇ ਆ, ਕੋਈ ਗੱਲ ਨਹੀਂ। ਹਾਂਜੀ, ਪਰ ਮੈਜੋਰਿਟੀ ਬੰਦੇ ਤਾਂ ਇਦਾਂ ਦੇ ਆ ਕਿ ਜਿਹੜੇ ਲਾਅ ਐਂਡ ਆਰਡਰ ਲਈ ਆਪਣੀ ਪੂਰੀ ਡਿਊਟੀ ਦੇਣ ਲਈ ਤਿਆਰ ਆ। ਹਾਂਜੀ, ਆਪਣਾ 100% ਦਿੰਦੇ ਆ। ਹੁਣ ਉਹ ਬਾਹਰ ਜਾਂਦੇ ਆ, ਉਹਨਾਂ ਨੂੰ ਦੇਖੋ ਉਹ
ਲੋਕੀ ਉਹਨਾਂ ਨੂੰ ਨੀਂਦਾ ਖਾਣ ਤਾਂ ਸੱਦਦੇ ਨਹੀਂ। ਹਾਂਜੀ। ਜਦੋਂ ਲੋਕੀ ਸੱਦਦੇ ਆ ਤਾਂ ਲੜਾਈ ਝਗੜੇ ਨਹੀਂ ਸੱਦਦੇ। ਹਾਂਜੀ। ਇਹਨਾਂ ਦਾ ਵਾਹ ਤਕਰੀਬਨ 1% ਪਾਪੂਲੇਸ਼ਨ ਨਾਲ ਪੈਂਦਾ। ਹਾਂਜੀ। ਤਾਂ ਉਹਦੇ ਨਾਲ ਦੇਖੋ ਕਿ ਹਰ ਰੋਜ਼ ਦਿਨ ਰਾਤ ਤੁਸੀਂ ਜਿਹੜੀ ਜੌਬ ਤੇ ਜਾਂਦੇ ਆ ਇੱਕ ਕਿਸਮ ਦੇ ਬੰਦਿਆਂ ਨਾਲ ਹੀ ਵਾਹ ਪੈਂਦਾ ਤੁਹਾਡਾ। ਤਾਂ ਉਹ ਹੈਗੇ ਵਾਇਲੈਂਟ ਜਿਹੜੇ ਬੰਦੇ ਆ ਸਾਡੇ ਸਮਾਜ ਦੇ ਵਿੱਚ, ਜਿਹੜੇ ਹਿੰਸਾ ਯੂਜ਼ ਕਰਦੇ ਆ ਜੀ। ਸੋ ਇਹਨਾਂ ਦੇ ਕੋਲੋਂ ਟਰਾਮਾ ਹੋਣਾ ਲਾਜ਼ਮੀ ਆ, ਕੁਦਰਤੀ ਆ ਜੀ। ਦੂਸਰੀ ਗੱਲ ਉਹਨਾਂ ਦੀ ਇਹ ਦੇਖਿਓ, ਆਤਮ ਹੱਤਿਆ ਜਿਹੜੀ ਆ ਸਭ ਤੋਂ ਵੱਧ ਇੱਥੇ ਡਾਕਟਰ ਕਰਦੇ ਆ। ਲੋਕਾਂ ਦੇ ਮਨ ਦੇ ਵਿੱਚ ਨਾ ਟੂਟੀਆਂ ਲਾਈ ਫਿਰਦੇ ਆ, ਬੜੇ ਸੋਹਣੇ ਤੁਰੇ ਫਿਰਦੇ ਆ। ਸਭ ਤੋਂ ਨੰਬਰ 1 ਪ੍ਰੋਫੈਸ਼ਨ ਜਿਹੜਾ ਕੈਨੇਡਾ ਦੇ ਵਿੱਚ ਆ ਉਹ ਹੈਗੇ ਆ ਡਾਕਟਰ ਆਤਮ ਹੱਤਿਆ। ਤੇ ਤੀਸਰੇ ਨੰਬਰ ਤੇ ਆਉਂਦੇ ਆ ਪੁਲਿਸ ਆਫੀਸਰ। ਹਾਂਜੀ। ਹੁਣ ਇਹ ਬੜਾ ਟੈਂਸ ਇਹਨਾਂ ਦਾ ਪ੍ਰੋਫੈਸ਼ਨ ਹੈ। ਹਰ ਥਾਂ ਤੇ ਜਾਣਾ ਜਿੱਥੇ ਝਗੜਾ ਹੁੰਦਾ, ਫਿਰ ਅੱਛਾ ਜ਼ੋਰ ਪਾਉਂਦੇ ਤੁਸੀਂ ਦੇਖੋ, ਕਿਉਂਕਿ ਚਾਰਟਰ ਆਫ ਰਾਈਟਸ ਐਂਡ ਫਰੀडम्स ਦੇ ਵਿੱਚ ਲੋਕਾਂ ਤੋਂ ਵੀ ਹੱਕ ਆ ਨਾ। ਹਾਂਜੀ। ਲੋਕਾਂ ਤੋਂ ਜਿਹੜੇ ਹੱਕ ਆ, ਜੇ ਤਾਂ ਪੰਜਾਬ ਪੁਲਿਸ ਵਾਲਿਆਂ ਨੂੰ ਤੁਸੀਂ ਮਾੜਾ ਬੰਦਾ ਚੰਗਾ ਬੋਲੋਗੇ ਤਾਂ ਉਹਨਾਂ ਨੇ ਢਾ ਲੈਣਾ ਜੀ। ਬਿਲਕੁਲ। ਇੱਥੇ ਢਾ ਨਹੀਂ ਸਕਦੇ। ਨਹੀਂ। ਇੱਥੇ ਤੁਸੀਂ ਦੇਖਿਓ ਅੱਗੇ ਅਕਸਰ ਹੁੰਦਾ ਸੀ, ਮੇਨ ਸਟਰੀਟ ਤੇ ਅਸੀਂ ਜਾਂਦੇ ਹੁੰਦੇ ਸੀ ਤੇ ਕੁਛ ਇੱਕ ਮੁੰਡੇ ਉਹਨਾਂ ਨੇ ਦੀਵਾਲੀ ਵਾਲੇ ਦਿਨ ਨਾ ਬਾਹਰ ਪਟਾਕੇ ਵਜਾਉਣ ਲੱਗ ਪੈਣਾ। ਪੁਲਿਸ ਨੇ ਆ ਕੇ ਕਹਿਣਾ ਵੀ ਤੁਸੀਂ ਇਦਾਂ ਜ਼ੁਬਾਨ ਕਰ ਨਹੀਂ ਸਕਦੇ। ਉਹਨੇ ਪੁਲਿਸ ਨੂੰ ਗਾਲਾਂ ਕੱਢਣੀਆਂ ਮੋਰੇ। ਹਾਂਜੀ ਬਿਲਕੁਲ। ਅੱਛਾ, ਹੁਣ ਪੁਲਿਸ ਵਾਲੇ ਕੁਛ ਨਹੀਂ ਕਹਿੰਦੇ, ਡੋਂਟ ਯੂਜ਼ ਦਿਸ ਵਰਡ, ਡੋਂਟ ਯੂਜ਼ ਦਿਸ ਵਰਡ। ਮੈਂ ਕਿਹਾ ਜੇ ਫਲੋਰ ਖੜੇ ਹੁੰਦੇ ਤਾਂ ਇਹਨੂੰ ਅੰਦਰ ਪਾ ਲੈਣਾ ਸੀ। ਪੁਲਿਸ ਵਾਲੇ ਤਾਂ ਬਹੁਤ ਜ਼ਿਆਦਾ ਨਾਈਸ ਤਰੀਕੇ ਦੇ ਨਾਲ ਉਹਨਾਂ ਨੂੰ ਕਹਿ ਹੀ ਰਹੇ ਸੀ, ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਪੁਲਿਸ ਨੂੰ ਅੱਗੇ ਤੋਂ ਪੈ ਰਹੇ ਸੀ। ਇਹ ਮਤਲਬ ਇੱਥੇ ਹੀ ਆ ਨਾ, ਕਿਉਂਕਿ ਜਿੱਥੇ ਪਤਾ ਹੋਵੇ ਇਹਨਾਂ ਨੇ ਵਾਘੇ ਪੁਰਾਣੇ ਅੰਦਰ ਲੈ ਜਾਣੇ ਆ, ਤੇ ਤੁਸੀਂ ਤਾਂ ਕੀ ਤੁਹਾਡੇ 7 ਪੁਸ਼ਤਾਂ ਮੁੜ ਕੇ ਨਹੀਂ ਪੁਲਿਸ ਨੂੰ ਗਾਲ ਕੱਢਦੀਆਂ। ਹਾਂਜੀ। ਕਿ ਜੇ ਕਿਸੇ ਨੂੰ ਤੁਹਾਨੂੰ ਅਧਿਕਾਰ ਮਿਲਿਆ ਤਾਂ ਤੁਹਾਡਾ ਫਰਜ਼ ਵੀ ਬਣਦਾ ਹੁੰਦਾ ਕੋਈ। ਹਾਂਜੀ ਬਿਲਕੁਲ। ਤੁਹਾਨੂੰ ਇਕੱਲੇ ਹੱਕ ਹੀ ਨਹੀਂ ਮਿਲਦੇ ਹੁੰਦੇ, ਫਰਜ਼ ਵੀ ਹੈਗੇ ਨਾਲ। ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਡਾਕਟਰ ਸਾਹਿਬ ਨਾਲ ਦੀ ਨਾਲ ਹੀ ਚੱਲਦੀਆਂ ਪਰ ਅਸੀਂ ਸਮਝਦੇ ਇਹ ਆ ਵੀ ਰਾਈਟ ਹੀ ਸਾਡੇ ਆ, ਰਿਸਪੌਂਸਿਬਿਲਿਟੀ ਸਾਡੀ ਕੋਈ ਨਹੀਂ। ਹਾਂਜੀ। ਸੋ ਇਹ ਗੱਲ ਪੁਲਿਸ ਤਾਂ ਭਾਵੇਂ ਉਹਨਾਂ ਨੇ ਅਕਸ ਸੁਧਾਰਨ ਦੀ ਗੱਲ ਕੀਤੀ ਹੈ ਕਿ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਪੁਲਿਸ ਵਾਲਾ ਕੋਈ ਸੌਖੀ ਸਿਚੁਏਸ਼ਨ 'ਚ ਨਹੀਂ। ਪਹਿਲੀ ਤਾਂ ਗੱਲ ਦੇਖੋ, ਜੇ ਜਾਣਾ ਆ ਉਹਨਾਂ ਨੇ ਝਗੜੇ ਵਾਲੀ ਜਗ੍ਹਾ ਤੇ ਜਾਣਾ। ਡਾਕਟਰ ਸਾਹਿਬ ਦੇਖੋ, ਪੁਲਿਸ ਨੂੰ ਲੋਕੀ ਹੈਲਪ ਲਈ ਉਹ ਬੁਲਾਉਂਦੇ ਆ, ਆਬਵੀਅਸਲੀ ਕਿ ਉੱਥੇ ਹੈ ਨਾ ਕੁਝ ਅਣਸੁਖਾਵਾਂ ਹੋਇਆ ਤਾਂ ਹੀ ਕਰਕੇ ਪੁਲਿਸ ਵਾਲੇ ਜਾਂਦੇ ਆ। ਕਈਆਂ ਥਾਂ ਤੇ ਜਾਂਦੇ ਜਿਹੜਾ ਬੰਦਾ ਪੁਲਿਸ ਦੇ ਖਿਲਾਫ ਪਹਿਲਾਂ ਹੀ ਹੋਇਆ ਆ ਜਾਂ ਪੁਲਿਸ ਵਾਲੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਬੰਦਾ ਵਾਇਲੈਂਟ ਹੋ ਜਾਂਦਾ ਮੋਰੇ। ਹਾਂਜੀ। ਤੇ ਇਹਨਾਂ ਨੂੰ ਗਾਈਡਲਾਈਨਸ ਤਾਂ ਇਹੀ ਆ ਵੀ ਤੁਸੀਂ ਜਿਹੜਾ ਵੈਪਨ ਯੂਜ਼ ਕਰਨਾ ਉਹ ਲਾਸਟ ਰਿਜ਼ੋਰਟ ਆ। ਹਾਂਜੀ। ਪਰ ਇਹਨਾਂ ਦੇ ਵਿੱਚ ਵੀ ਹੈਗੇ ਆ ਕਈ ਪਾਗਲ, ਕਈ ਵਾਰੀ ਕਈ ਆਪਣੀ ਜਿਹੜੀ ਪੇਸ਼ੈਂਸ ਹੈਗੀ ਆ ਉਹਨੂੰ ਬਸ ਖੋ ਦਿੰਦੇ ਆ, ਲੂਜ਼ ਕਰ ਜਾਂਦੇ। ਹਾਂਜੀ। ਤੇ ਉਹ ਜਿਹੜੇ ਤਾਂ ਹੀ ਉਹਨਾਂ ਨੇ ਸਮ ਲਿਖਿਆ ਹੈ ਨਾ ਵੀ ਸਮ ਕਾਪਸ ਆਰ ACAB। ਹਾਂਜੀ। ਡਾਕਟਰ ਸਾਹਿਬ ਰੁੱਖ ਕਰਦੇ ਆ ਜੀ ਅਗਲੀ ਖਬਰ ਵੱਲ। 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਐਮਟ੍ਰੈਕ ਕੈਸਕੇਡ ਟ੍ਰੇਨ ਜੋ ਹੈਗੀ ਆ ਵਾਪਸ ਆਪਣੀਆਂ ਸਰਵਿਸਿਜ਼ ਸ਼ੁਰੂ ਕਰਨ ਜਾ ਰਹੀ ਆ ਵੈਨਕੂਵਰ ਤੋਂ US ਦੇ ਵਿੱਚ ਸੈਪਟੰਬਰ ਦੇ ਵਿੱਚ। ਕੀ ਕਹਿਣਾ ਚਾਹੋਗੇ ਇਸ ਬਾਰੇ 'ਚ? ਇੱਥੇ ਅਸੀਂ ਟਰੈਵਲ ਜਿਹੜਾ ਜ਼ਿਆਦਾ ਕਰਦੇ ਆ ਜਾਂ ਕਾਰ 'ਚ ਜਾਂ ਜਹਾਜ਼ 'ਚ। ਹਾਂਜੀ। ਜਹਾਜ਼ ਸਸਤਾ ਆ, ਕਾਰ ਦੇ ਵਿੱਚ 4 ਬਹਿ ਜਾਂਦੇ ਆ ਤੇ ਆਇਲ ਗੈਸ ਪਵਾ ਲੈਂਦੇ ਜੀ। ਪਰ ਮਜ਼ੇ ਨਾਲ ਜੇ ਜਾਣਾ ਹੋਵੇ ਨਾ, ਹਾਂਜੀ, ਮਜ਼ਾ ਲੈਣਾ ਹੋਵੇ ਤਾਂ ਸਭ ਤੋਂ ਵਧੀਆ ਟ੍ਰੇਨ ਹੈ। ਖਾਸ ਤੌਰ ਤੇ ਕੈਸਕੇਡੀਆ ਜਿਹੜਾ ਰੂਟ ਹੈ ਇਹਨਾਂ ਦਾ, ਕੈਸਕੇਡੀਆ ਸਾਡੇ ਮਾਊਂਟਨਸ ਆ, BC ਤੋਂ ਸ਼ੁਰੂ ਹੁੰਦੇ, ਸਾਊਦਰਨ BC ਤੋਂ ਵਾਸ਼ਿੰਗਟਨ ਤੇ ਔਰੇਗਨ ਤੇ ਨਾਰਦਰਨ ਕੈਲੀਫੋਰਨੀਆ 'ਚ ਜਾ ਕੇ ਖਤਮ ਹੁੰਦੇ ਆ। ਇਹਨੂੰ ਕੈਸਕੇਡੀਆ ਰੀਜਨ ਕਹਿੰਦੇ ਆ ਤੇ ਉਹਦੇ ਨਾਂ ਤੇ ਟ੍ਰੇਨ ਦਾ ਨਾਂ ਰੱਖਿਆ ਹੈ। ਜੇ ਇੱਥੋਂ ਜਾਣਾ ਹੋਵੇ ਵੈਨਕੂਵਰ ਤੋਂ ਸਿਐਟਲ ਤੁਸੀਂ, ਤੇ ਇੱਕ ਤਾਂ ਹੈ ਇਹਨਾਂ ਦੇ ਕਲਾਸਾਂ ਬਹੁਤ ਹੈ। ਵੈਸੇ ਤੁਸੀਂ ਜੇ ਨਾਰਮਲ ਟਿਕਟ ਲੈਣੀ ਤਾਂ ਜਿੱਦਾਂ ਆਮ ਇਕੋਨਮੀ ਦੀ ਟਿਕਟ ਹੁੰਦੀ ਹੈ, ਬਿਜ਼ਨਸ ਟਿਕਟ ਹੈਗੀ ਆ ਇਹਨਾਂ ਦੇ ਕੋਲ, ਫਸਟ ਕਲਾਸ ਹੈਗੀ ਆ। ਇੱਕ ਸਪੈਸ਼ਲ ਰੂਮਸ ਹੈ ਜਿਨ੍ਹਾਂ ਦੇ ਵਿੱਚ ਬੈੱਡ ਬਣੇ, ਜਦੋਂ ਤੁਸੀਂ ਬੈੱਡਰੂਮ 'ਚ ਸੁੱਤੇ ਹੁੰਦੇ ਇੱਦਾਂ ਉਹਨਾਂ ਦੇ 2 ਰੂਮ ਦੇ ਪਰ ਰੂਮ 2 ਬੈੱਡਰੂਮ ਰੱਖੇ ਹੁੰਦੇ।
ਤੇ ਉਹ ਬੜੀ ਕੰਫਰਟੇਬਲ ਹੈ। ਜਦੋਂ ਤੁਸੀਂ ਹੋਟਲ ਦਾ ਕਮਰੇ 'ਚ ਬੈਠੇ ਆ ਤਾਂ ਉਹ ਤੁਰਿਆ ਜਾਂਦਾ ਆ। ਤੇ ਇਸ ਕਰਕੇ ਜੇ ਬੰਦੇ ਦੇ ਕੋਲ ਉੱਥੇ ਜਾ ਕੇ ਕਿ ਸਿਆਟਲ ਦੇ ਵਿੱਚ ਜੇ ਤੁਸੀਂ ਕਾਰ ਲੈ ਕੇ ਜਾਂਦੇ ਆ ਤਾਂ ਫਿਰ ਸੌਖਾ ਰਹਿੰਦਾ ਵੀ ਤੁਸੀਂ ਘੁੰਮਣਾ ਫਿਰਨਾ ਹੈ। ਜੇ ਉੱਥੇ ਘੁਮਾਉਣ ਫਿਰਾਉਣ ਵਾਲਾ ਹੋਵੇ ਕੋਈ ਤਾਂ ਫਿਰ ਤਾਂ ਵਧੀਆ ਇਹ ਆ ਵੀ ਟ੍ਰੇਨ ਲੈ ਕੇ ਜਾਓ, ਟ੍ਰੇਨ ਲੈ ਕੇ ਆਓ ਮਜ਼ੇ ਦੇ ਨਾਲ। ਔਰ ਗੁੱਡ ਇਹਨਾਂ ਦੀ ਇਹ ਵੀ ਚੰਗੀ ਆ ਕਿ ਇਹਨਾਂ ਨੇ ਪਹਿਲਾਂ ਅਕਤੂਬਰ ਦੇ ਵਿੱਚ ਸ਼ੁਰੂ ਕਰਨੀ ਸੀ, ਦਸੰਬਰ 'ਚ, ਹੁਣ ਸਤੰਬਰ 'ਚ ਕਰਨੀ। ਹਾਂਜੀ, ਤੇ ਹੁਣ ਇਹਨਾਂ ਨੇ ਅਰਲੀ ਕਰ ਲਈ। ਹਾਂਜੀ, ਦੇਖੋ ਡਾਕਟਰ ਸਾਹਿਬ ਵੀ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਜਿਹੜਾ ਟੀਚਾ ਰੱਖਿਆ ਸੀਗਾ ਉਹ ਤੋਂ 2 ਮਹੀਨੇ ਪਹਿਲਾਂ ਹਾਂਜੀ ਇਹ ਸ਼ੁਰੂ ਕਰਨ ਜਾ ਰਹੇ ਹੈਗੇ ਆ। ਤੁਸੀਂ ਬਿਲਕੁਲ ਸਹੀ ਕਿਹਾ ਕਿ ਇੰਨਾ ਜ਼ਿਆਦਾ ਸੁਖਾਵਾਂ ਸਫ਼ਰ ਹੁੰਦਾ ਟ੍ਰੇਨ ਦਾ, ਸਾਈਟ ਸੀਇੰਗ ਤੁਸੀਂ ਦੇਖਦੇ ਜਾਂਦੇ ਹੋ ਹਨਾ, ਇੰਜੋਏ ਕਰਦੇ ਹੋ ਤੁਸੀਂ ਜਿਹੜਾ ਆਪਣਾ ਟਰੈਵਲ ਆ। ਜੇ ਤੁਸੀਂ ਖਾਸ ਤੌਰ ਤੇ ਇੱਥੋਂ ਵੀ ਸਿਆਟਲ ਤੋਂ ਜਾਣਾ ਹੋਵੇ ਕੈਲੀਫੋਰਨੀਆ ਨੂੰ ਟ੍ਰੇਨ ਦੇ ਵਿੱਚ, ਇਹਨਾਂ ਦਾ ਰੂਟ ਬੜਾ ਸੋਹਣਾ ਆ। ਤੁਸੀਂ ਐਨ ਸਮੁੰਦਰੀ ਤੱਟ ਦੇ ਨਾਲ ਦੇਖਦੇ ਜਾਂਦੇ ਆ। ਬਹੁਤ ਸੋਹਣੀ ਜਗ੍ਹਾ ਆ ਉੱਥੇ ਨਾਲ ਜਾਣ, ਤੇ ਮਹਿੰਗਾ ਪੈਂਦਾ ਵੈਸੇ। ਦੇਖੋ ਡਾਕਟਰ ਸਾਹਿਬ ਜੇ ਮਹਿੰਗਾ ਵੀ ਪੈਂਦਾ ਪਰ ਵਰਥ ਇਟ ਆ ਮੈਨੂੰ ਲੱਗਦਾ। ਕਈ ਬੰਦੇ ਹੈਗੇ ਆ ਜਿਹੜੇ ਟ੍ਰੇਨ ਦਾ ਟਰੈਵਲ ਕਰਦੇ ਆ ਜੀ, ਟ੍ਰੇਨ ਦੇ ਨਾਲ ਘੁੰਮ ਫਿਰ ਕੇ ਆਉਣਾ। ਜਿੱਦਾਂ ਕ੍ਰਾਸ ਕੈਨੇਡਾ ਜਾਣਾ ਹੋਵੇ ਤੁਸੀਂ ਟ੍ਰੇਨ ਨਾਲ ਜਾਓਗੇ, ਕ੍ਰਾਸ ਦੀ US ਜਾਣਾ ਹੋਵੇ ਤੁਸੀਂ ਟ੍ਰੇਨ 'ਚ ਜਾਓਗੇ। ਉਹ ਦਿੰਦੇ ਕਈ ਟਿਕਟਸ, ਤੁਸੀਂ ਜਿਹੜੇ ਮਰਜ਼ੀ ਸ਼ਹਿਰ 'ਚ ਉਤਰ ਜਾਓ, ਉੱਥੇ ਦੇਖੋ ਆਲੇ ਦੁਆਲੇ, ਦੂਸਰੇ ਦਿਨ ਆ ਕੇ ਫਿਰ ਟ੍ਰੇਨ ਫੜ ਲਓ। ਜੀ ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਰਿਪਬਲਿਕਨ ਕਾਂਗਰਸ ਵਿਮਨ ਹੈ ਜੀ ਮਾਰਜਰੀ ਟੇਲਰ ਗ੍ਰੀਨ, ਉਹਨਾਂ ਨੇ ਸੀਰੀਜ਼ ਆਫ ਟਵੀਟ ਕੀਤੇ ਆ ਤੇ ਇਹ ਵੈਸੇ ਉਹਨਾਂ ਦੀ ਦਾਦ ਦੇਣੀ ਬਣਦੀ ਆ ਕਿ ਜਿਹੜੇ ਉਹਨਾਂ ਨੇ ਟਵੀਟ ਕੀਤੇ ਉਹਨਾਂ ਨੇ ਉਹਦੇ ਵਿੱਚ ਬੜਾ ਹੀ ਨਿਡਰਤਾ ਦੇ ਨਾਲ ਕਿਹਾ ਕਿ US ਨੂੰ ਰਸ਼ੀਆ ਦੇ ਖਿਲਾਫ ਜਿਹੜੀ ਪ੍ਰੌਕਸੀ ਵਾਰ ਇਹਨਾਂ ਨੇ ਸ਼ੁਰੂ ਕੀਤੀ ਹੋਈ ਆ ਨਾ, ਇਹਨੂੰ ਬੰਦ ਕਰਨਾ ਚਾਹੀਦਾ। ਉਹਨੇ ਅੱਗੋਂ ਟਵੀਟ ਕਰਦੇ ਹੋਏ ਕਹਿ ਦਿੱਤਾ ਕਿ ਇਹਨਾਂ ਨੂੰ ਸਗੋਂ ਨੈਟੋ ਤੋਂ ਵੀ ਬਾਹਰ ਆ ਜਾਣਾ ਚਾਹੀਦਾ ਤੇ ਕਾਫੀ ਆਲੋਚਨਾ ਕੀਤੀ ਆ। ਉਹ ਕਹਿੰਦੇ ਕਿ ਟੈਕਸ ਪੇਅਰਸ ਦੀ ਜਿਹੜੀ ਮਨੀ ਹੈਗੀ ਯੂਕਰੇਨ ਭੇਜਣ ਦੀ ਬਜਾਏ ਆਪਣੇ ਲੋਕਾਂ ਦਾ ਹੀ ਧਿਆਨ ਰੱਖ ਲੈਣੇ, ਉਹੀ ਬਹੁਤ ਵੱਡੀ ਗੱਲ ਆ। ਉੱਥੇ ਮਿਲਟਰੀ ਸਹਾਇਤਾ ਭੇਜਣ ਦੀ ਜਗ੍ਹਾ ਤੇ ਆਪਣੇ ਲੋਕਾਂ ਨੂੰ ਦੇਖਣ ਵੀ ਕਿਸ ਤਰੀਕੇ ਦੇ ਨਾਲ ਉਹ ਇਨਫਲੇਸ਼ਨ ਦੇ ਨਾਲ ਜੂਝ ਰਹੇ ਨੇ। ਹਰ ਰੋਜ਼ ਕੀਮਤਾਂ ਉੱਪਰ ਜਾ ਰਹੀਆਂ ਨੇ, ਹੈਲਥ ਕੇਅਰ ਦਾ ਬੁਰਾ ਹਾਲ ਹੋਇਆ ਪਿਆ। ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ? ਅਮਰੀਕਾ 'ਚ ਤਾਂ ਕੈਨੇਡਾ 'ਚ ਤਾਂ ਕੋਈ ਬੋਲਣ ਵਾਲਾ ਨਹੀਂ, ਪਰ ਅਮਰੀਕਾ ਦੇ ਵਿੱਚ ਫੇਰ ਵੀ ਕੁਝ ਕਾਂਗਰਸ ਦੇ ਵਿੱਚ ਬੰਦੇ ਹੈਗੇ ਆ ਜਿਹੜੇ ਬੋਲ ਜਾਂਦੇ, ਆਪਣੀ ਸਰਕਾਰ ਦੀ ਆਲੋਚਨਾ ਚੰਗੀ ਤਰ੍ਹਾਂ ਕਰਦੇ। ਹਾਂਜੀ, ਇਹਨਾਂ ਨੇ ਵੀ ਦੇਖੋ ਤੁਸੀਂ ਕਿੰਨੇ ਸਾਰੇ ਟਵੀਟ ਕੀਤੇ ਆ, ਇੱਕ ਨਹੀਂ ਕੀਤਾ, ਕਾਫੀ ਸਾਰੇ ਕੀਤੇ ਆ। ਉਹਨਾਂ ਨੇ ਜਾਰਜੀਆ ਦੀ ਰੈਪ ਆ ਤੇ ਇਹਨਾਂ ਨੇ ਕਾਂਗਰਸ ਦੇ ਵਿੱਚ ਵੀ ਬੋਲੇ। ਹਾਂਜੀ, ਇਹ ਟਰੰਪ ਦੇ ਬੜੇ ਤਕੜੇ ਸਪੋਰਟਰ ਹੈ ਵੈਸੇ। ਹਾਂਜੀ, ਤੇ ਇਹਨਾਂ ਨੇ ਆਲੋਚਨਾ ਪਹਿਲੀ ਤਾਂ ਨੇਟੋ ਤੋਂ ਬਾਹਰ ਆਉਣ ਦੀ ਗੱਲ ਕੀਤੀ ਇਹ ਬੜੀ ਹਾਸੇ ਹੋਣੀ ਆ। ਹੁਣ ਬ੍ਰਿਟਿਸ਼ ਕਾਮਨਵੈਲਥ ਜਿਹੜਾ ਆ, ਜੇ ਇੰਗਲੈਂਡ ਹੀ ਉਹ ਚੋਂ ਨਿਕਲ ਜਾਵੇ ਤਾਂ ਬਾਕੀ ਕੀ ਰਹਿ ਗਿਆ ਜੀ। ਤੇ ਉਹਨਾਂ ਨੇ ਕਿਹਾ ਕਿ ਨੇਟੋ ਵਾਲੇ, ਅਮਰੀਕਾ ਵਾਲੇ ਸਾਡੇ ਪ੍ਰੌਕਸੀ ਵਾਰ ਲੜ ਰਹੇ ਆ, ਆਪ ਤਾਂ ਨਹੀਂ ਲੜ ਰਹੇ, ਮਤਲਬ ਬੰਦਾ ਮੋਹਰੇ ਖੜਾ ਕੀਤਾ ਇਹਨਾਂ ਨੇ। ਹਾਂਜੀ ਹਾਂਜੀ, ਉੱਥੇ ਪੀਪੀ ਲਈ ਜਿਹਦੀ ਅਸੀਂ ਪੀਪੀ ਦੀ ਗੱਲ ਕਰਦੇ ਹੁੰਦੇ ਆ, ਇਹਨੇ ਵੀ ਇਦਾਂ ਹੀ ਕਿਹਾ। ਹਾਂਜੀ, ਇਹਨੇ ਇਹ ਕਿਹਾ ਵੀ ਪੀਪੀ ਤੇਲ ਦੀ ਲੈ ਕੇ ਤੁਸੀਂ ਉੱਥੇ ਗਏ ਆ ਤੇ ਉਹ ਟੈਕਸ ਪੇਅਰ ਦੇ ਜਿਹੜੇ ਪੈਸੇ ਤੁਸੀਂ ਇਮੇਜਿਨ ਕਰੋ, $40,000 ਮਿਲੀਅਨ ਦਾ ਜੀ ਇਹਨਾਂ ਨੇ ਹਥਿਆਰ ਭੇਜੇ। ਹਾਂਜੀ, $40,000 ਮਿਲੀਅਨ ਇੱਥੇ ਖਰਚ ਲਓ ਤਾਂ ਕੱਲੇ ਕੈਲੀਫੋਰਨੀਆ ਦੇ ਵਿੱਚ 1,61,000 ਬੰਦਾ ਹੋਮਲੈਸ ਬੈਠਾ, ਸੜਕਾਂ ਤੇ ਸੌਂਦੇ ਆ, ਉਹਨਾਂ ਦਾ ਧਿਆਨ ਰੱਖ ਲਓ। ਹਾਂਜੀ, ਇੱਥੇ ਪ੍ਰਧਾਨ ਮੰਤਰੀ ਸਾਡੇ ਨੱਠੇ ਜਾਂਦੇ ਆ ਨਾ, ਇਹ ਯੂਕਰੇਨ ਦੇ ਬੱਚਿਆਂ ਨੂੰ ਚੱਕਣਗੇ, ਉਹਨਾਂ ਲਈ ਪੈਸੇ ਦੇਣੇ ਆ। ਸਾਡੇ ਅੱਗ ਲੱਗੀ ਸੀ ਲਿਟਨ ਸ਼ਹਿਰ ਨੂੰ ਜੀ, ਸਾਲ ਹੋ ਗਿਆ, ਉਹਨਾਂ ਦੇ ਕੱਖ ਨਹੀਂ ਬਣਾਇਆ ਜੀ, ਬਹੁਤ ਬੁਰਾ ਹਾਲ ਹੈ ਡਾਕਟਰ ਸਾਹਿਬ। ਤੁਸੀਂ ਆਪਣੇ ਦੇਸ਼ ਤਾਂ ਪਹਿਲਾਂ ਦੇਖ ਲਓ ਕੀ ਹੋ ਰਿਹਾ। ਇਸ ਕਾਂਗਰਸ ਵੂਮਨ ਨੇ ਜਿਹੜੀ ਗੱਲ ਕੀਤੀ ਹੈ, ਦੋ ਗੱਲਾਂ ਉਹਨਾਂ ਦੀਆਂ ਬਹੁਤ ਜ਼ਬਰਦਸਤ ਹੈ। ਇੱਕ ਤਾਂ ਉਹਨਾਂ ਨੇ ਸਾਡੀ ਲੜਾਈ ਲੜ ਰਹੇ ਆ, ਵੈਸੇ ਮਰ ਰਹੇ ਕੌਣ? ਯੂਕਰੇਨੀਅਨ। ਹਾਂਜੀ, ਸਾਡੇ ਲਈ ਇਰਾਕ ਦੀ ਗੱਲ ਕੀਤੀ ਉਹਨੇ। ਇਰਾਕ ਬੜਾ ਸੋਹਣਾ ਹੱਸਦਾ ਵਸਦਾ ਬਹੁਤ ਸੋਹਣਾ ਮੁਲਕ ਸੀ, ਇਹਨਾਂ ਤਬਾਹ ਕਰਕੇ ਰੱਖ ਦਿੱਤਾ। ਹਾਂਜੀ, ਹੁਣ ਵੀ ਜੇ ਬੰਦਾ ਜਾਣਾ ਵੀ ਚਾਹਵੇ ਤਾਂ ਉੱਥੇ 36 ਵਾਰੀ ਸੋਚਦਾ ਵੀ ਮੁੜ ਕੇ ਜਿਉਂਦਾ ਆਊਂਗਾ ਜਾਂ ਨਹੀਂ ਜੀ। ਬਿਲਕੁਲ, ਕੋਈ ਜ਼ਮਾਨਾ ਹੁੰਦਾ ਸੀ, ਇੰਨੀ ਸ਼ਾਂਤੀ ਹੁੰਦੀ ਸੀ, ਇੰਨਾ ਸੋਹਣਾ ਮੁਲਕ ਉਹਨਾਂ ਨੇ ਬਣਾਇਆ ਸੀ। ਹਾਂ, ਤੁਹਾਡੇ ਨਾਲ ਨਹੀਂ ਸਹਿਮਤ ਹੋ, ਜੁਦੀ ਗੱਲ। ਫਿਰ ਉਹਨਾਂ ਨੇ ਇਹ ਗੱਲ ਕੀਤੀ ਵੀ ਸਾਡੇ ਪੈਸੇ ਚੱਕੇ ਟੈਕਸ ਪੇਅਰ ਦੇ ਜਿਹੜੇ ਇੱਥੇ ਵਰਤਣੇ ਚਾਹੀਦੇ, ਜੇ ਰਾਹਤ ਦੇਣੀ ਹੈ ਤੁਸੀਂ ਤਾਂ ਲੋਕਾਂ ਨੂੰ ਦੇ ਦਿਓ,
ਜੀ ਤੁਸੀਂ ਚੱਕ ਕੇ ਆਪਣੀ ਪ੍ਰੋਕਸੀ ਵਾਰ ਲਈ ਲੜਾਈ ਕਰਨ ਲਈ ਫਿਊਲ ਜਿੱਦਾਂ ਉੱਤੇ ਅੱਗ ਹੋਰ ਬਾੜ ਰਹੇ ਆ। ਡਾਕਟਰ ਸਾਹਿਬ ਤੁਸੀਂ ਉਹਨਾਂ ਦੀ ਹਿੰਮਤ ਦੇਖੋ, ਉਹਨਾਂ ਨੇ ਨੈਟੋ ਲੀਡਰਸ ਨੂੰ ਫੁਲਿਸ਼ ਕਿਹਾ। ਅਮਰੀਕਾ ਦੇ ਵਿੱਚ ਬਾਹੇ ਪੋਲੀਟੀਸ਼ੀਅਨ ਜਿਹੜੇ ਕਈ ਨੇ ਧੜਕ ਹੋ ਕੇ ਬੋਲਦੇ ਆ। ਹਾਂਜੀ ਸਾਡੇ ਤਾਂ ਇਹਨਾਂ ਨੇ ਸ਼ਿਕਲੀ ਪਾਈ ਹੈ। ਹਾਂਜੀ ਇੱਥੇ ਤਾਂ ਵੈਸੇ ਕੋਈ ਗੱਲ ਹੀ ਨਹੀਂ ਕਰ ਰਿਹਾ, ਪਰ ਉਹਨਾਂ ਨੇ ਦੇਖੋ ਬਹੁਤ ਵਧੀਆ ਇਹਨਾਂ ਨੂੰ ਫਿਕਰ ਹੁੰਦਾ ਵੀ ਸਾਡੀ ਪੈਨਸ਼ਨ ਠੀਕ ਹੋਵੇ ਬਸ। ਹਾਂਜੀ ਉਹਨਾਂ ਨੇ ਡਾਕਟਰ ਸਾਹਿਬ ਇਹ ਵੀ ਅੱਗੇ ਤੋਂ ਮੈਂਸ਼ਨ ਕੀਤਾ ਵੀ ਜਿਹੜੇ NGOs ਹੈਗੇ ਆ ਪੈਸੇ ਇਕੱਠੇ ਕਰਦੇ ਆ, ਡਿਫੈਂਸ ਕੰਟਰੈਕਟਸ ਹੈਗੇ ਆ, ਗ੍ਰਾਂਟਸ, ਬਿਜ਼ਨਸ ਡੀਲਸ, ਹਿਊਮੈਨਿਟੇਰੀਅਨ ਜਿਹੜੇ ਗਰੁੱਪ ਹੈਗੇ ਆ ਉਹਨੇ ਸਾਰਿਆਂ ਦੇ ਉੱਤੇ ਤੰਜ ਵੀ ਕੱਸਿਆ। ਉਹਨੇ ਸਾਰਿਆਂ ਦੇ ਉੱਪਰ ਮਤਲਬ ਆਪਣੀ ਸਟੇਟਮੈਂਟ ਦਿੱਤੀ ਕਿ ਇਹ ਤਾਂ ਇਹਨਾਂ ਦਾ ਬਿਜ਼ਨਸ ਆ, ਇਹ ਆਪਣੇ ਬਿਜ਼ਨਸ ਦੇ ਲਈ ਕਰ ਰਹੇ। ਤੇ ਉਹਨੇ ਕਿਹਾ ਕਿ ਜਿਹੜੀ ਵਾਰ ਆ ਇੱਕ ਇੰਡਸਟਰੀ ਬਣ ਚੁੱਕੀ, ਉਹ ਵੀ ਪ੍ਰੋਫਿਟੇਬਲ ਇੰਡਸਟਰੀ ਆ। ਦੇਖੋ ਜਿਹੜੀਆਂ ਚੈਰਿਟੀਜ਼ ਕਹਿੰਦੇ ਨਾ ਜਦੋਂ ਲੜਾਈ ਲੱਗਦੀ ਹੈ ਰੈੱਡ ਕਰਾਸ ਨੱਠੀ ਜਾਂਦੀ ਹੈ। ਹਾਂਜੀ ਇਹਨਾਂ ਨੂੰ ਪੈਸੇ ਬਣਦੇ ਉੱਥੇ। ਹਾਂਜੀ ਉਹਨਾਂ ਨੇ ਵੀ ਇਹੀ ਕਿਹਾ ਜਿਹੜੀਆਂ ਚੈਰਿਟੀਜ਼ ਜਿਹੜੀਆਂ ਨੱਠਦੇ ਆ ਦੱਸਦੇ ਆ ਅਸੀਂ ਫਲਾਣੇ ਥਾਂ ਲੰਗਰ ਲਾਤਾ, ਫਲਾਣੇ ਥਾਂ ਕਰਤਾ, ਇਹ ਪੈਸੇ ਬਣਦੇ ਇਹਨਾਂ ਨੂੰ ਜੀ, ਕੁਛ ਨਹੀਂ ਕਰਦੇ। ਚੈਰਿਟੀਜ਼ ਦਾ ਆਪਣਾ ਬਿਜ਼ਨਸ ਬਣ ਚੁੱਕਾ ਹੈ। ਲੜਾਈ ਲੋਕੀ ਮਰਦੇ ਆ, ਇਹ ਥੋੜ੍ਹਾ ਮਰਦੇ। ਹਾਂਜੀ ਇਹਨਾਂ ਨੂੰ ਤਾਂ ਫਾਇਦਾ ਆ ਜਾਂ ਇਹਨਾਂ ਨੂੰ ਪਬਲਿਸਿਟੀ ਵੀ ਮਿਲਦੀ ਆ। ਜੀ ਬਿਲਕੁਲ ਉਹਨਾਂ ਨੇ ਡਾਕਟਰ ਸਾਹਿਬ ਅੱਗੋਂ ਇਹ ਵੀ ਤਾਂ ਕਿਹਾ, ਉਹ ਕਹਿੰਦੇ ਵੀ ਜਿਹੜੇ ਲੋਕੀ ਕਹਿੰਦੇ ਆ ਨਾ ਵਾਸ਼ਿੰਗਟਨ ਵਾਲੇ ਵੀ ਲੜਾਈ ਦੇ ਪੱਖ ਦੇ ਵਿੱਚ ਹੈਗੇ ਆ, ਉਹ ਆਪ ਕਿਉਂ ਨਹੀਂ ਜਾ ਕੇ ਲੜਦੇ, ਆਪਣੇ ਬੱਚਿਆਂ ਨੂੰ ਕਿਉਂ ਨਹੀਂ ਉਹ ਲੜਨ ਦੇ ਲਈ ਭੇਜਦੇ। ਇਹ 9/11 ਤੋਂ ਬਾਅਦ ਇੱਕ ਡਾਕੂਮੈਂਟਰੀ ਬਣਾਈ ਸੀ, ਜਾਰਜ ਬੁਸ਼ ਨੇ ਬਹੁਤ ਭਾਵਕ ਹੋ ਕੇ ਕਹਿੰਦਾ ਸੀ ਅਸੀਂ ਦੇਸ਼ ਭਗਤ ਹਾਂ, ਅਸੀਂ ਅਫਗਾਨਿਸਤਾਨ ਜਾਵਾਂਗੇ, ਅਸੀਂ ਇਰਾਕ ਜਾਵਾਂਗੇ। ਇੱਕ ਬੰਦਾ ਖੜ ਗਿਆ ਉੱਥੇ ਕਾਂਗਰਸ ਦੇ ਮੂਹਰੇ, ਸਾਰਿਆਂ ਨੂੰ ਪੁੱਛਦਾ ਵੀ ਤੁਹਾਡਾ ਬੱਚਾ ਗਿਆ ਉੱਥੇ ਲੜਨ? ਸਾਰੇ ਨੱਠ ਕੇ ਉਹਦੇ ਕੈਮਰੇ ਤੋਂ ਨੱਠਦੇ ਸੀ, ਕਿਸੇ ਦਾ ਬੱਚਾ ਨਹੀਂ ਉੱਥੇ ਲੜਨ ਗਿਆ। ਜੇ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਉੱਥੇ ਲੜਾ ਰਹੇ ਆ, ਮਰਾ ਰਹੇ ਆ, ਤੇ ਆਪਣੇ ਵੀ ਭੇਜ ਕੇ ਦੇਖ ਲਓ। ਹਾਂਜੀ ਇਸ ਕਾਂਗਰਸ ਵੂਮਨ ਦੀ ਗੱਲ ਠੀਕ ਹੈ ਵੀ ਆਪਣੇ ਬੱਚੇ ਉੱਥੇ ਭੇਜ ਕੇ ਦੇਖੋ, ਫੇਰ ਪ੍ਰੋਕਸੀ ਵਾਰ ਲੜ ਕੇ ਦੇਖ ਲਿਓ। ਹਾਂਜੀ ਉਹਨਾਂ ਨੇ ਤਾਂ ਬਿਲਕੁਲ ਕਿਹਾ, ਉਹ ਕਹਿੰਦੇ ਕਿ ਆਪਣੇ ਤੁਸੀਂ ਦੇਸ਼ ਨੂੰ ਦੇਖੋ ਕਿ ਦੇਖੋ ਫੈਂਟਲਿਨ ਜਿਹੜੀ ਓਵਰਡੋਜ਼ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਕ੍ਰਾਈਮ ਦੇ ਵਿੱਚ ਦਿਨੋਂ ਦਿਨ ਕਿੰਨਾ ਜ਼ਿਆਦਾ ਵਾਧਾ ਹੋ ਰਿਹਾ, ਕਿ ਇਹਨਾਂ ਵੱਲ ਧਿਆਨ ਦੇਣ ਦੀ ਬਜਾਏ ਤੁਸੀਂ ਉਧਰ ਨੂੰ ਆਹੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਕਿ ਬਲਦੀ ਤੇ ਤੇਲ ਦਾ ਕੰਮ ਕਰਦੇ ਆ। ਉਹ ਇਹ ਆ ਨਾ PR ਵਾਲੇ ਦੱਸ ਦਿੰਦੇ ਵੀ ਲਓ ਜੀ ਸ਼ੁਕਰ ਹੋਇਆ ਡੋਮੈਸਟਿਕ ਸਾਡੇ ਤਾਂ ਪ੍ਰੋਬਲਮ ਰਹਿਣੀਆਂ। ਹੁਣ ਸ਼ੁਕਰ ਹੋਇਆ ਵੀ ਲੜਾਈ ਲੱਗ ਗਈ ਆ, ਉੱਥੇ ਵਾਲਾ ਧੂਆਂ ਧਾਰ ਪ੍ਰਚਾਰ ਕਰੋ ਤਾਂ ਕਿ ਲੋਕਾਂ ਦਾ ਧਿਆਨ ਯੂਕਰੇਨ ਤੇ ਰਸ਼ੀਆ 'ਚ ਚਲਾ ਜਾਵੇ। ਉਹਨਾਂ ਦਾ ਧਿਆਨ ਇਹ ਨਾ ਰਵੇ ਵੀ ਅਸੀਂ ਭੁੱਖੇ ਮਰ ਰਹੇ ਹਾਂ, ਅਸੀਂ ਹੋਮਲੈਸ ਰਹਿ ਰਹੇ ਹਾਂ, ਸਾਡੇ ਬੱਚੇ ਮਰ ਰਹੇ ਆ। ਹਾਂਜੀ ਇਹਨਾਂ ਗੱਲਾਂ ਤੋਂ ਧਿਆਨ ਹਟਾਉਣ ਦੀ ਗੱਲ ਹੈ ਜੀ। ਡਾਕਟਰ ਸਾਹਿਬ ਕੁਝ ਜ਼ਰੂਰੀ ਸੰਦੇਸ਼ ਨੇ, ਵਾਪਸ ਪਰਤ ਕੇ ਆਪਾਂ ਗੱਲਬਾਤ ਕਰਾਂਗੇ। ਐਕਚੁਅਲੀ ਵਾਲ ਸਟਰੀਟ ਜਰਨਲ ਨੇ ਇੱਕ ਸਰਵੇ ਕਰਵਾਇਆ ਤੇ ਉਹਦੇ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਕਿ ਯੂਕਰੇਨ ਯੁੱਧ ਦੇ ਲਈ ਆਖਰਕਾਰ ਜ਼ਿੰਮੇਵਾਰ ਕੌਣ ਆ। ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਡਾਕਟਰ ਸਾਹਿਬ ਵਾਲ ਸਟਰੀਟ ਜਰਨਲ ਦੁਆਰਾ ਨੈਸ਼ਨਲ ਓਪੀਨੀਅਨ ਰਿਸਰਚ ਸੈਂਟਰ ਕੋਲੋਂ ਇੱਕ ਸਰਵੇ ਕਰਵਾਇਆ ਗਿਆ ਤੇ ਇਹ ਸਰਵੇ ਯੂਕਰੇਨ ਦੇ ਲੋਕਾਂ ਤੇ ਕੀਤਾ ਗਿਆ ਜੂਨ 9 ਤੋਂ ਲੈ ਕੇ 13 ਦੇ ਵਿਚਕਾਰ। ਤੇ ਇਹਦੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਰੂਸ ਯੂਕਰੇਨ ਯੁੱਧ ਦੇ ਲਈ ਜ਼ਿੰਮੇਵਾਰ ਕੌਣ ਆ, ਤੇ 70% ਦਾ ਮੰਨਣਾ ਕਿ ਇਸ ਲੜਾਈ ਦੇ ਲਈ ਜ਼ੈਲੈਂਸਕੀ ਜ਼ਿੰਮੇਵਾਰ ਆ। ਤੇ ਅਮਰੀਕਾ ਤੇ ਜਿਹੜੇ ਨੈਟੋ ਹੈਗੇ ਆ, ਨੈਟੋ ਵਾਲੇ ਆ, ਇਹ ਬਲਦੀ ਤੇ ਤੇਲ ਦਾ ਕੰਮ ਕਰਦੇ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਹੋ। ਹੁਣ ਤੁਸੀਂ ਇਸ ਸਰਵੇ ਬਾਰੇ ਦੱਸੋ ਕੀ ਕਹੋਗੇ? ਇਹਦਾ ਮਤਲਬ ਹੋਰ ਲੋਕੀ ਵੀ ਸਾਡੇ ਨੂੰ ਸੋਚਦੇ ਆ। ਹਾਂਜੀ ਹੁਣ ਇਹ ਯੂਨੀਵਰਸਿਟੀ ਆਫ ਸ਼ਿਕਾਗੋ ਨੇ ਕਰਵਾ ਕੇ ਦਿੱਤਾ ਵਾਲ ਸਟਰੀਟ ਜਰਨਲ ਨੂੰ। ਵਾਲ ਸਟਰੀਟ ਜਰਨਲ ਦੁਨੀਆ ਭਰ ਦਾ ਮਸ਼ਹੂਰ ਅਖਬਾਰ ਹੈ ਜਿਹੜਾ ਬਿਜ਼ਨਸ ਦੇ ਪੱਖੋਂ ਨਿਊਜ਼ ਦਿੰਦਾ ਜੀ। ਤੇ ਉਹਨਾਂ ਨੇ ਪੁੱਛਿਆ ਸਵਾਲ ਵੀ ਯੂਕਰੇਨੀਅਨ ਕੌਨਫਲਿਕਟ ਲਈ ਕੌਣ ਜ਼ਿੰਮੇਵਾਰ ਹੈ। ਸਭ ਤੋਂ ਪਹਿਲਾਂ 70% ਯੂਕਰੇਨੀਅਨ ਨੇ ਇਹ ਗੱਲ ਕੀਤੀ ਹੈ ਕਿ ਜ਼ੈਲੈਂਸਕੀ ਜ਼ਿੰਮੇਵਾਰ ਹੈ। ਹਾਂਜੀ ਇਹ ਬਹੁਤ ਵੱਡੀ ਕਹਿੰਦੇ ਆ। ਤਾਂ ਹੀ ਜ਼ੈਲੈਂਸਕੀ ਨੇ ਆਪਣੀ ਸਾਰੀ ਆਪੋਜੀਸ਼ਨ ਜੇਲ੍ਹ 'ਚ ਪੜੀ ਆ। ਔਰ ਕੈਨੇਡਾ ਦੇ ਇੱਕ ਅਖਬਾਰ ਨੇ ਅੱਜ ਤਾਈਂ ਨਾ ਸਾਡੇ ਪੇਪਰਾਂ ਨੇ, ਨਾ ਸਾਡੇ ਰੇਡੀਓ ਨੇ, ਨਾ ਕਿਸੇ ਹੋਰ ਨੇ, ਇੱਕ ਬੰਦੇ ਨੇ ਕਦੇ ਇਹ ਨਹੀਂ ਗੱਲ ਕੀਤੀ ਕਿ ਜ਼ੈਲੈਂਸਕੀ ਨੇ ਸਾਰੀ ਆਪੋਜੀਸ਼ਨ ਜੇਲ੍ਹ 'ਚ ਦਿੱਤੀ ਹੈ। ਵੈਸੇ ਵੀ ਜ਼ੈਲੈਂਸਕੀ ਸਾਹਿਬ ਤੋਂ ਜੇ ਕੋਈ ਬੰਦਾ ਸਵਾਲ ਕਰਦਾ, ਈਵਨ ਉਹਨਾਂ ਨੇ ਇੱਕ ਬਲੌਗਰ ਸੀਗਾ, ਯਾਦ ਹੋਊਗਾ ਤੁਹਾਨੂੰ,
ਉਹਨੂੰ ਵੀ ਚੱਕ ਕੇ ਜੇਲ੍ਹ 'ਚ ਕਰਤਾ ਸੀ। ਚਲਾ ਹੈਗਾ ਵੀ ਸਪੇਨ ਦੇ ਵਿੱਚ ਬੈਠਾ ਸੀ ਜੀ। ਇੰਟਰਪੋਲ ਤਾਂ ਹੀ ਉਹਦੇ ਸਮਨ ਕਢਾ ਕੇ ਉਹਨੂੰ ਅਰੈਸਟ ਕਰਵਾਇਆ। ਇਹਨਾਂ ਦੀ ਪਹੁੰਚ ਦੇਖੋ ਕਿੱਥੇ ਤੱਕ ਚੱਲਦੀ ਹੈ। ਹਾਂਜੀ। ਅੱਛਾ, ਫੇਰ ਦੇਖੋ ਅਮਰੀਕਾ ਵਾਲੇ ਜਿਹੜੇ ਕਿ $40 ਬਿਲੀਅਨ ਇਹਨਾਂ ਨੇ ਭੇਜਿਆ ਉੱਥੇ। ਉਦੋਂ ਬਾਅਦ ਵੀ ਹੁਣ ਜੋ ਬਾਈਡਨ ਕਹਿ ਰਿਹਾ ਕਿ ਅਸੀਂ ਹੋਰ ਵੀ ਪੈਸੇ ਭੇਜਾਂਗੇ, ਹੋਰ ਹਥਿਆਰ ਵੀ ਭੇਜਾਂਗੇ। 52% ਲੋਕਾਂ ਨੇ ਕਿਹਾ ਕਿ ਅਮਰੀਕਾ ਬਲਦੀ ਤੇ ਅੱਗ ਪਾ ਰਿਹਾ। ਯੂਕਰੇਨੀਅਨ ਲੋਕਾਂ ਨੇ। ਹਾਂਜੀ। ਇਹ ਯੂਕਰੇਨੀਅਨ ਲੋਕਾਂ ਦਾ ਸਰਵੇ ਸੀ ਜੀ, ਜਿਹੜਾ ਉਹਨੇ ਯੂਨੀਵਰਸਿਟੀ ਸ਼ਿਕਾਗੋ ਨੇ ਕਰਾਇਆ। ਦੋਏ ਸੰਸਥਾਵਾਂ ਅਮਰੀਕਨ ਆ, ਅਮਰੀਕਾ ਵਾਲਿਆਂ ਦੀ ਜਿਹੜਾ ਸਰਵੇ ਆ ਉਹ ਇਹਨਾਂ ਦੀ ਨਿਖੇਧੀ ਕਰਦਾ ਹੈ। ਹਾਂਜੀ। ਧੂਆਂਧਾਰ ਪ੍ਰਚਾਰ ਇਹ CNN ਤੇ ਵੀ ਇਹੀ ਹੁੰਦਾ ਕਿ ਜ਼ੈਲੈਂਸਕੀ ਆਹ ਚੰਗਾ ਕਰ ਰਿਹਾ, ਆਹ ਕਰ ਰਿਹਾ। ਵਾਲ ਸਟਰੀਟ ਜਰਨਲ ਨੇ ਛਾਪ ਕੇ ਪੂਰਾ ਦਾ ਪੂਰਾ ਸਰਵੇ ਛਾਪਿਆ ਆ। ਉਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਇਹਨਾਂ ਦੇ ਸਾਹਮਣੇ ਸਿੱਧੇ। ਉਹ ਕਹਿੰਦੇ ਕਿ ਦੇਖ ਲਓ ਯੂਕਰੇਨੀਅਨ ਲੋਕੀ ਕੀ ਸੋਚਦੇ ਆ। ਹਾਂਜੀ। ਜਿਹੜੇ ਮਰਦੇ ਆ ਉਹ ਕੀ ਸੋਚਦੇ, ਜਿਹੜੇ ਇਸ ਸਿਚੁਏਸ਼ਨ ਚੋਂ ਲੰਘ ਰਹੇ। ਤੁਸੀਂ ਤਾਂ ਪ੍ਰੌਕਸੀ ਵਾਰ ਆ ਨਾ ਤੁਹਾਡੇ ਲਈ। ਜੀ ਆ। ਉਹ ਤੁਸੀਂ ਇੱਥੇ ਬੈਠੇ ਆ, ਮਰੀ ਉਹ ਜਾਂਦੇ ਆ, ਰੈਫਿਊਜੀ ਉਹ ਬਣੇ, ਤੁਹਾਨੂੰ ਤਾਂ ਕੋਈ ਫਰਕ ਨਹੀਂ। ਹਾਂਜੀ। ਪਰ ਉਹ ਲੋਕੀ ਕੀ ਸੋਚਦੇ ਆ ਇਸ ਵੇਲੇ? ਤੇ 70% ਯੂਕਰੇਨੀਅਨ ਨੇ ਇਹ ਕਹਿ ਰਹੇ ਇਸ ਸਰਵੇ ਦੇ ਵਿੱਚ ਕਿ ਜ਼ੈਲੈਂਸਕੀ ਸਾਡਾ ਹੀ ਪ੍ਰੈਜ਼ੀਡੈਂਟ ਜ਼ਿੰਮੇਵਾਰ ਆ। ਹਾਂਜੀ। ਤੇ ਡਾਕਟਰ ਸਾਹਿਬ ਉੱਥੋਂ ਦੇ ਲੋਕ ਇਹ ਵੀ ਕਹਿ ਰਹੇ ਕਿ ਉਹਨਾਂ ਨੂੰ ਲੜਾਈ ਚਾਹੀਦੀ ਹੀ ਨਹੀਂ ਹੈਗੀ। ਜਿਹੜਾ ਇਹ ਸਰਵੇ ਆ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈਗੀ ਆ ਤੇ ਇਹ ਕਹਿੰਦੇ ਆ ਕਿ ਅਸੀਂ ਉੱਥੇ ਹੋਰ ਸਹਾਇਤਾ ਭੇਜਾਂਗੇ, ਵੀ ਅਸੀਂ ਲੜਾਈ ਜਾਰੀ ਰੱਖਾਂਗੇ, ਅਸੀਂ ਉਹਨੂੰ ਰਸ਼ੀਆ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਇਹਨਾਂ ਦੇ ਤਾਂ ਹਿੱਤ ਚ ਹੈ ਨਾ, ਜਿਨ੍ਹਾਂ ਦੇ ਰੋਜ਼ ਬੰਬ ਪੈਂਦੇ ਉਹ ਤਾਂ ਬਚਣਾ ਹੀ ਚਾਹੁੰਦੇ ਹੋਣੇ ਲੜਾਈ ਤੋਂ। ਹਾਂਜੀ, ਬਿਲਕੁਲ। ਕੋਈ ਵੀ ਲੋਕ ਜਿਹੜੇ ਆ ਘਰਾਂ 'ਚ ਬੈਠੇ ਸ਼ਾਂਤੀ ਨਾਲ ਬੈਠੇ ਉਹ ਲੜਾਈ ਨਹੀਂ ਚਾਹੁੰਦੇ। ਹਾਂਜੀ। ਹਾਂ, ਕੋਈ ਪਤਾ ਨਹੀਂ ਸ਼ਾਇਦ ਪਾਗਲ ਕੋਈ ਹੋਵੇ ਜਿਹੜਾ ਕਹੇ ਕਿ ਇੱਥੇ ਨਜ਼ਾਰ ਵੈਨਕੂਵਰ ਤਾਂ ਬੜੀ ਸ਼ਾਂਤੀ ਆ, ਮੈਂ ਜਾਣਾ ਅਫਗਾਨਿਸਤਾਨ 'ਚ, ਉਹ ਲੜਾਈ ਤਾਂ ਹੋਵੇ। ਜੀ ਡਾਕਟਰ ਸਾਹਿਬ ਗੱਲਬਾਤ ਕਰਦੇ ਹਾਂ ਜੀ ਹੁਣ ਅਗਲੀ ਖਬਰ ਬਾਰੇ। ਜੂਨ ਦੇ ਮੱਧ ਵਿੱਚ ਥਿੰਕ ਟੈਂਕ ਸੈਂਟਰ ਦੁਆਰਾ ਸਪੇਨ ਦੇ ਵਿੱਚ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ ਸੀ। ਵਰਲਡ ਰਿਨਾਊਂਡ ਇਕੋਨੋਮਿਸਟ ਤੇ ਆਥਰ ਨੇ ਉਸ ਕਾਨਫਰੰਸ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਜਿਹਨੇ ਸਭ ਨੂੰ ਇਹ ਸਰਪ੍ਰਾਈਜ਼ ਕਰਕੇ ਰੱਖ ਦਿੱਤਾ। ਲੋਕੀ ਸ਼ੌਕ ਦੇ ਵਿੱਚ ਚਲੇ ਗਏ ਆ ਇਸ ਖੁਲਾਸੇ ਤੋਂ ਬਾਅਦ। ਉਹਨਾਂ ਨੇ ਕਿਹਾ ਵੀ ਜਿਹੜਾ COVID-19 ਹੈਗਾ ਨਾ, ਇਹ US ਦੀ ਦੇਣ ਆ, ਚਾਈਨਾ ਦੀ ਦੇਣ ਨਹੀਂ ਹੈਗੀ। US ਜਿਹੜੀ ਲੈਬ ਆ ਉਹਦੀ ਬਾਇਓਟੈਕਨੋਲੋਜੀ ਲੈਬ ਆ, ਇਹ ਉੱਥੋਂ ਆਇਆ। ਦੇਖੋ ਜਿਹੜਾ ਲੈਂਸੈਟ ਮੈਗਜ਼ੀਨ ਹੈ ਇੱਕ ਜਰਨਲ ਹੈ, ਮੈਡੀਕਲ ਜਿਹੜੀ ਰਿਸਰਚ ਦੇ ਪੇਪਰਸ ਛਾਪਦੇ ਆ, ਸਭ ਤੋਂ ਦੁਨੀਆ ਦੇ ਵਿੱਚ ਜਿਹੜਾ ਤਕੜਾ ਆਪਣੇ ਜਰਨਲ ਸਮਝਿਆ ਜਾਂਦਾ ਉਹ ਹੈਗਾ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ। ਇਹ ਅਮਰੀਕਾ ਦੇ ਵਿੱਚ ਛਪਦਾ। ਦੂਸਰੇ ਨੰਬਰ ਤੇ ਮੈਡੀਕਲ ਰਿਸਰਚ ਦੇ ਵਿੱਚ ਪੇਪਰ ਛਾਪਣ ਵਾਲਾ ਲੈਂਸੈਟ ਮੈਗਜ਼ੀਨ ਹੈ ਜਿਹੜਾ ਇੰਗਲੈਂਡ ਦੇ ਵਿੱਚ ਛਪਦਾ। ਲੈਂਸੈਟ ਮੈਗਜ਼ੀਨ ਨੇ ਇੱਕ ਕਮਿਸ਼ਨ ਬਿਠਾਇਆ ਸੀ ਉਹਦੇ COVID-19 ਨੂੰ ਸਟੱਡੀ ਕਰਨ ਲਈ, ਤੇ ਜੈਫਰੀ ਸੈਚ ਜਿਹੜੇ ਕਿ ਉਸ ਚੇਅਰਮੈਨ ਦੇ ਉਸ ਕਮਿਸ਼ਨ ਦੇ ਚੇਅਰ ਸੀ, ਇਹ ਕਹਿੰਦੇ ਕਿ ਮੇਰੇ ਹੱਥ ਦੇ ਕੁਝ ਡਾਕੂਮੈਂਟ ਆਏ ਉਸ ਕਮਿਸ਼ਨ ਦੇ ਥਰੂ। ਇਹ ਜਿਹੜਾ ਕਰੋਨਾ ਵਾਇਰਸ ਨਿਕਲੀ ਸੀ US ਦੀ ਬਾਇਓਟੈਕਨੋਲੋਜੀ ਦੇ ਥਰੂ ਕਿਸੇ ਲੈਬ ਦੇ ਵਿੱਚੋਂ ਨਿਕਲੀ ਹੈ, ਤੇ ਬਲੇਮ ਜਿਹੜੀ ਹੈ ਗੱਲ ਲਾਉਂਦੇ ਆ ਕਿ ਚਾਈਨਾ ਨੇ ਕਰਤਾ, ਚਾਈਨਾ ਦੀਆਂ ਲੈਬਸ ਦੇ ਵਿੱਚੋਂ ਨਿਕਲਿਆ। ਦੇਖੋ ਜਿਹੜੀਆਂ ਲੈਬਸ ਆ ਦੁਨੀਆ ਭਰ ਦੇ ਵਿੱਚ, ਇੱਕ ਤਾਂ ਇੱਥੇ ਬਹੁਤ ਵੱਡੇ ਵੱਡੇ ਮੁਲਕਾਂ ਸਾਰੇ ਹੀ ਰਿਸਰਚ ਕਰਦੇ ਆ, ਔਰ ਇਹਨਾਂ ਦੇ ਵਿੱਚ ਇੱਕ ਬਾਇਓਲੋਜੀਕਲ ਵੈਪਨਸ ਬਾਰੇ ਵੀ ਰਿਸਰਚ ਕਰਦੇ ਆ ਕਿ ਅਸੀਂ ਜੇ ਕਿਸੇ ਨੂੰ ਮਾਰਨਾ ਆ, ਸਭ ਤੋਂ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੈਪਨ ਬਣਾਓ, ਤੁਹਾਡਾ ਵਧੀਆ ਹਥਿਆਰ ਹੋਣਾ ਚਾਹੀਦਾ। ਹੁਣ ਦੇਖੋ ਬਾਇਓਟੈਕਨੋਲੋਜੀ ਨੇ ਇੱਕ ਹਥਿਆਰ ਲੱਭ ਲਿਆ ਕਿ ਤੁਸੀਂ ਵਾਇਰਸ ਕਿਤੇ ਛਪਾਓ। ਜੇ ਵਾਇਰਸ ਤੇ ਸਟੱਡੀ ਕਰਦੇ ਆ ਹਰ ਇੱਕ ਤੇ, ਇਹ ਇਸ ਕਰਕੇ ਕਰਦੇ ਆ ਕਿ ਕਿਸੇ ਜ਼ਮਾਨੇ ਦੇ ਵਿੱਚ ਸਾਨੂੰ ਕਿਸੇ ਦੇਸ਼ ਦੇ ਵਿੱਚ ਇਹ ਵਾਇਰਸ ਛੱਡਣੀ ਪਵੇ ਤਾਂ ਅਸੀਂ ਇਹ ਵਾਇਰਸ ਛੱਡ ਕੇ ਉਹਨੂੰ ਮਾਰ ਸਕਦੇ ਹਾਂ। ਸੋ ਉਹਦੇ ਹਿਸਾਬ ਦੇ ਨਾਲ ਦੇਖੋ ਇਹ ਅਮਰੀਕਾ ਦੇ ਵਿੱਚ ਖਬਰ ਨਹੀਂ ਛਪੀ, ਕੈਨੇਡਾ ਦੇ ਵਿੱਚ ਨਹੀਂ ਖਬਰ ਛਪੀ, ਜਿੱਥੇ ਅਸੀਂ ਸੱਚ ਦੇ ਪੁਜਾਰੀ ਜਸਟਨ ਟਰੂਡੋ ਬੈਠੇ ਆ, ਜਿੱਥੇ ਸੱਚ ਦੇ ਪੁਜਾਰੀ ਜੋ ਬਾਈਡਨ ਬੈਠੇ ਆ। ਇੱਕ ਵੀ ਅਮਰੀਕਨ ਪੇਪਰ ਨੇ, ਇੱਕ ਵੀ ਅਮਰੀਕਨ ਟੈਲੀਵਿਜ਼ਨ ਨੇ, ਤੇ ਇਹ ਕੋਈ ਰਸ਼ੀਆ ਤੋਂ ਖਬਰ ਨਹੀਂ ਆਈ
ਇਹ ਬੰਦਾ ਇੰਗਲੈਂਡ ਦਾ ਆ, ਇੰਗਲੈਂਡ ਦੇ ਬਹੁਤ ਵਧੀਆ ਜਰਨਲ ਦੇ ਜਿਹੜਾ ਕਮਿਸ਼ਨ ਬਿਠਾ ਲਿਆ ਉਹਦੀ ਚੇਅਰਮੈਨ ਸੀ ਇਹ। ਉਹਨਾਂ ਦੇ ਤੌਰ ਤੇ ਉਹਨਾਂ ਨੇ ਕਿਹਾ ਜਿਹੜੇ ਡਾਕੂਮੈਂਟਸ ਮੇਰੇ ਹੱਥ ਆਏ ਆ ਉਹਨਾਂ ਤੋਂ ਮੈਂ ਪਤਾ ਕੀਤਾ ਕਿ US ਬਾਇਓਟੈਕਨੋਲੋਜੀ ਦੀ ਕਿਸੇ ਲੈਬ ਦੇ ਵਿੱਚੋਂ ਇਹ ਵਾਇਰਸ ਨਿਕਲੀ ਆ। ਇਹ ਕੋਈ ਰੱਬ ਨੇ ਨਹੀਂ ਭੇਜੀ, ਇਹ ਇਹਨਾਂ ਦੀ ਆਪਣੀ ਰਿਸਰਚ ਜਿਹੜੀ ਕਰਦੇ ਆ, ਵਾਰਫੇਅਰ ਲਈ ਰਿਸਰਚ ਕਰਦੇ ਆ, ਲੜਾਈ ਲੜਨ ਲਈ ਰਿਸਰਚ ਕਰਦੇ ਆ। ਉੱਥੋਂ ਵਾਇਰਸ ਨਿਕਲ ਗਈ ਜਿਹੜੀ ਕਿ ਜਿਹਨੇ ਦੇਖ ਲਓ ਕਿੰਨੇ ਬੰਦੇ ਮਾਰੇ ਆ। ਸਭ ਤੋਂ ਵੱਧ ਜਿਹੜੇ ਲੋਕੀ ਪਰ ਕੈਪਟਾ ਮਰੇ ਆ ਤੇ US ਦੇ ਵਿੱਚ ਮਰੇ ਆ। ਹਾਂਜੀ, ਤੇ US ਵਾਲਿਆਂ ਨੇ ਕਦੇ ਖਬਰ ਨਹੀਂ ਦੇਣੀ। ਦੇਖ ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਇਹ ਤਾਂ ਇਹਨਾਂ ਨੇ ਖੁਲਾਸਾ ਕਰ ਦਿੱਤਾ, ਇਹਦੇ ਬਾਰੇ ਵੈਸੇ ਨਹੀਂ ਕਿਸੇ ਨੂੰ ਪਤਾ ਨਹੀਂ ਸੀ ਲੱਗਣਾ। ਐਵੇਂ ਚਾਈਨਾ ਨੂੰ ਬਲੇਮ ਕਰੀ ਜਾਂਦੇ ਸੀਗੇ ਜਦੋਂ ਕਿ ਦੇਣ ਹੈਗੀ ਹੈ US ਦੀ ਲੈਬ ਦੀ। ਬਲੇਮ ਹਾਲੇ ਵੀ ਚਾਈਨਾ ਨੂੰ ਹੀ ਕਰਨਾ ਇਹਨਾਂ ਨੇ। ਹਾਂਜੀ, ਕਿਉਂਕਿ ਇਦਾਂ ਦੀਆਂ ਖਬਰਾਂ ਕਦੇ ਛਪਣ ਹੀ ਨਹੀਂ ਦਿੰਦੇ। ਜਿਹੜਾ ਪ੍ਰੈਸ ਆ, ਜਿਹੜਾ ਮੀਡੀਆ ਆ, ਚਾਹੇ ਈਵਨ ਸੋਸ਼ਲ ਮੀਡੀਆ ਤੇ ਵੀ ਇਹ ਖਬਰ ਨਹੀਂ ਹੈ। ਹਾਂਜੀ, ਦੇਖੋ ਕਿੱਦਾਂ ਕੰਟਰੋਲ ਕਰਦੇ। ਜੀ ਬਿਲਕੁਲ ਡਾਕਟਰ ਸਾਹਿਬ, ਮੀਡੀਆ ਨੂੰ ਪੂਰਾ ਕੰਟਰੋਲ ਕੀਤਾ ਗਿਆ। ਜਿਵੇਂ ਕਿ ਸੋਸ਼ਲ ਮੀਡੀਆ ਤੇ ਨਹੀਂ ਤਾਂ ਹਰ ਇੱਕ ਚੀਜ਼ ਆ ਜਾਂਦੀ ਆ, ਪਰ ਆਪਾਂ ਇਹਦੇ ਬਾਰੇ ਚ ਸੋਸ਼ਲ ਮੀਡੀਆ ਤੇ ਕੁਝ ਵੀ ਨਹੀਂ ਪੜਿਆ ਹੈਗਾ। ਡਾਕਟਰ ਸਾਹਿਬ, ਅਨਾਜ ਦੇ ਐਕਸਪੋਰਟ ਲਈ ਰਸ਼ੀਆ ਵੱਲੋਂ ਰੂਬਲਸ ਦੇ ਵਿੱਚ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮਾਸਕੋ ਨੇ ਹੁਣ ਕਮੋਡਿਟੀ ਲਿਸਟ ਦਾ ਥੋੜਾ ਵਿਸਥਾਰ ਵੀ ਕੀਤਾ ਹੈਗਾ, ਜਿਨ੍ਹਾਂ ਦੇ ਲਈ ਰੂਬਲ ਦੇ ਵਿੱਚ ਹੀ ਪੇ ਕਰਨਾ ਪੈਣਾ। ਇਸ ਖਬਰ ਬਾਰੇ ਵਿਸਥਾਰ ਨਾਲ ਸਾਡੇ ਸਰੋਤਿਆਂ ਨੂੰ ਦੱਸੋ। ਰਸ਼ੀਆ ਵਾਲਿਆਂ ਨੇ ਵੈਸੇ ਪਹਿਲਾਂ ਤਾਂ ਆਇਲ ਤੇ ਗੈਸ ਲਈ ਕੀਤਾ ਸੀ। ਉਹ ਦੇਖਦੇ ਆ ਕਿ ਕਿਹੜੀ ਵੈਸਟਰਨ ਕੰਟਰੀਜ਼ ਖਾਸ ਤੌਰ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਮੰਗਾਉਂਦੇ ਆ। ਅਜੇ ਵੀ ਸੈਂਕਸ਼ਨ ਲਾਏ ਇਹਨਾਂ ਨੇ, ਦੂਸਰੇ ਉਹਨਾਂ ਤੋਂ ਚੀਜ਼ਾਂ ਹਲੇ ਵੀ ਮੰਗਾ ਰਹੇ ਆ। ਹਾਂਜੀ, ਤੇ ਫਿਰ ਉਹਨਾਂ ਨੇ ਹੁਣ ਇੱਕ ਸੈਂਕਸ਼ਨ ਪਹਿਲਾਂ ਹੀ ਇਹਨਾਂ ਦਾ ਖਰਾਬ ਕਰਤਾ ਕਿ ਇਹ ਬੈਂਕ ਆਫ ਰਸ਼ੀਆ ਇਹਨਾਂ ਨੇ ਸੈਂਕਸ਼ਨ ਤੇ ਲਾਈ ਹੈ। ਹੁਣ ਰੂਬਲ ਕਿੱਥੋਂ ਖਰੀਦਣੇ? ਜੀ, ਰੂਬਲ ਵੀ ਉਹਨਾਂ ਤੋਂ ਖਰੀਦਣੇ ਪੈਂਦੇ ਨਾ ਜੀ। ਕੋੜਾ ਘੁੱਟ ਭਰ ਲਿਆ ਇਹਨਾਂ ਨੇ ਚੁੱਪ ਕਰਕੇ। ਆਫੀਸ਼ੀਅਲੀ ਤੌਰ ਤੇ ਅਜੇ ਵੀ ਕਹੀ ਜਾਂਦੇ ਅਸੀਂ ਸੈਂਕਸ਼ਨ ਲਾਏ ਹੈ ਬੈਂਕ ਆਫ ਰਸ਼ੀਆ ਤੇ, ਪਰ ਜਿਹੜੀਆਂ ਕੰਪਨੀਆਂ ਆ, ਜਿਹੜੀਆਂ ਬ੍ਰੋਕਰ ਫਰਮਜ਼ ਆ, ਉਹਨਾਂ ਤੋਂ ਚੀਜ਼ ਲੈ ਕੇ ਅੱਗੇ ਰੱਖਦੇ ਆ ਤੇ ਉਹ ਰੂਬਲ ਪਹਿਲਾਂ ਲੈਂਦੀਆਂ ਨੇ ਰਸ਼ੀਆ ਦੇ ਕੋਲੋਂ, ਰਸ਼ੀਅਨ ਬੈਂਕ ਦੇ ਕੋਲੋਂ। ਤੇ ਇਸੇ ਕਰਕੇ ਰਸ਼ੀਅਨ ਰੂਬਲ ਦੀ ਜਿਹੜੀ ਕੀਮਤ ਆ ਉਹ ਤਾਂ ਨੂੰ ਜਾ ਰਹੀ ਆ। ਰੂਬਲ ਸਟਰੋਂਗ ਹੋ ਰਿਹਾ ਦਿਨ ਪ੍ਰਤੀ ਦਿਨ। ਤੁਸੀਂ ਦੇਖੋ ਕਿ ਇਹਨਾਂ ਨੇ ਇੰਨੇ ਸੈਂਕਸ਼ਨ ਲਾਉਣ ਦੇ ਬਾਵਜੂਦ ਵੀ ਜੇ ਉਹਨਾਂ ਦੀ ਕਰੰਸੀ ਦਿਨ ਬ ਦਿਨ ਵੱਧਦੀ ਜਾ ਰਹੀ ਆ ਤੇ ਇਹਦਾ ਮਤਲਬ ਉਹਨਾਂ ਦੀ ਜਿਹੜੀ ਪਾਲਿਸੀ ਆ ਕਿ ਰਸ਼ੀਅਨ ਰੂਬਲ ਦੇ ਦਿਓਗੇ ਤਾਂ ਅਸੀਂ ਕੋਈ ਤੁਹਾਨੂੰ ਚੀਜ਼ ਐਕਸਪੋਰਟ ਕਰਾਂਗੇ, ਨਹੀਂ ਤਾਂ ਨਹੀਂ ਕਰਨੀ। ਹਾਂਜੀ, ਉਹ ਕੰਮ ਕਰ ਗਈ ਜੀ। ਤਾਂ ਉਹਦੇ ਨਾਲ ਜਿੱਦਾਂ ਇੰਡੀਆ ਚਾਈਨਾ ਹੋਏ ਉਹਨਾਂ ਨੂੰ ਬਹੁਤ ਫਾਇਦਾ ਹੋ ਗਿਆ। ਹਾਂਜੀ, ਇੱਕ ਤਾਂ ਉਹਨਾਂ ਨੂੰ ਅਮਰੀਕਨ ਡਾਲਰ ਨਹੀਂ ਯੂਜ਼ ਕਰਨਾ ਪੈਂਦਾ, ਦੂਸਰਾ ਉਹਨਾਂ ਲਈ ਇਹ ਹੈ ਵੀ ਆਇਲ ਜਿੱਦਾਂ ਡਰਟ ਚੀਪ ਕਹਿੰਦੇ ਹੁੰਦੇ ਆ, ਬਿਲਕੁਲ ਥੱਲੇ ਕੀਮਤਾਂ ਸਿੱਟੀਆਂ ਤੇ ਉਹਦੇ ਨਾਲ ਮਜ਼ੇ ਲੈ ਰਹੇ ਹੋ। ਹਾਂਜੀ, ਉਹਨਾਂ ਦਾ ਫਾਇਦਾ ਹੋ ਰਿਹਾ। ਪਾਕਿਸਤਾਨ ਦੇ ਵਿੱਚ ਜੋਰਾ ਜਰਬੀ ਕਰਦੀ, ਇਮਰਾਨ ਖਾਨ ਇਹੀ ਗੱਲ ਕਹਿੰਦਾ ਸੀ ਕਿ ਰਸ਼ੀਆ ਦੇ ਕੋਲੋਂ ਲੈ ਲਓ। ਹਾਂਜੀ, ਪਰ ਹੁਣ ਉਹ 20 ਕਰ ਰਿਹਾ 30 ਰੁਪਏ ਕੀਮਤ ਵਧਾਈ ਆ ਉਹਨਾਂ ਨੇ IMF ਦੇ ਕਹੇ ਤੇ, ਕਿਉਂਕਿ IMF ਨੇ ਆਬਜੈਕਸ਼ਨ ਕੀਤਾ ਸੀ ਪਾਕਿਸਤਾਨ ਨੂੰ ਕਿ ਤੁਸੀਂ ਜਿਹੜੀਆਂ ਸਬਸਿਡੀ ਦਿੱਤੀਆਂ ਆ ਉਹ ਖਤਮ ਕਰੋ। ਹਾਂਜੀ, ਇੱਕ ਪਾਸੇ ਉਹਨਾਂ ਨੇ ਕੀਮਤ ਵਧਾਤੀ ਤੇ ਦੂਸਰੇ ਪਾਸੇ ਪੈਸੇ ਦੇਣੇ ਲੋਕਾਂ ਨੂੰ। ਹਾਂਜੀ, ਕਿਆ ਪਖੰਡ ਕਰਦੇ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਵੈਸੇ ਵੀ ਸੈਂਕਸ਼ਨਸ ਵੀ ਪੂਰਾ ਪਖੰਡ ਹੀ ਲੱਗਦਾ। ਵੈਸੇ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਦੇ ਸੈਂਕਸ਼ਨ ਕਰਦੇ ਆ, ਇਹਦੇ ਨਾਲ ਫਾਇਦਾ ਤਾਂ ਰਸ਼ੀਆ ਦਾ ਹੀ ਹੋਇਆ ਵੈਸੇ ਜੇ ਦੇਖਿਆ ਜਾਵੇ ਤਾਂ। ਤੇ ਆਪਣਾ ਜਿਹੜੀਆਂ ਚੀਜ਼ਾਂ ਦੇ ਵਿੱਚ ਇਹਨਾਂ ਦਾ ਫਾਇਦਾ ਹੁੰਦਾ ਉਹਦੇ ਤੇ ਇਹਨਾਂ ਦੀਆਂ ਸੈਂਕਸ਼ਨਸ ਫਿਰ ਕੰਮ ਨਹੀਂ ਕਰਦੀਆਂ ਹੈਗੀਆਂ। ਫਿਰ ਅੰਦਰ ਖਾਤੇ ਉਹ ਆਪਣਾ ਚੀਜ਼ਾਂ ਦਾ ਦਾਨ ਪ੍ਰਦਾਨ ਕਰਦੇ ਵੀ ਰਹਿੰਦੇ ਆ। ਇਹ ਅੱਜ ਕੱਲ ਬਹੁਤ ਜਿਹੜੀਆਂ ਕੰਪਨੀਆਂ ਆ ਉਹ ਪਤਾ ਨਹੀਂ ਕਿੱਥੇ ਕਿ ਰਜਿਸਟਰ ਹੋਈਆਂ ਆ। ਜਿਹੜਾ ਟ੍ਰੇਡ ਦੁਨੀਆ ਦਾ ਚੱਲਦਾ ਨਾ, ਇਹ ਏਦਾਂ ਨਹੀਂ ਵੀ ਇੱਕ ਦੇਸ਼ ਚਿੱਲੀ ਵਾਲਿਆਂ ਨੇ ਕੈਨੇਡਾ ਤੋਂ ਕੁਝ ਲੈ ਲਿਆ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਨੇ ਕੈਨੇਡਾ ਤੋਂ ਲਿਆ ਕਿ ਚਾਈਨਾ ਤੋਂ ਲਿਆ। ਬ੍ਰੋਕਰ ਫਰਮਜ਼ ਨੇ ਸਾਰੀਆਂ ਹੀ ਦੁਨੀਆ ਦੀਆਂ ਕੰਪਨੀਆਂ ਨਾਲ ਡੀਲ ਕਰ ਰਹੀਆਂ। ਹਾਂਜੀ, ਹੁਣ ਉਹਨਾਂ ਨੇ ਪਤਾ ਨਹੀਂ ਕਿੱਥੋਂ ਕੀ ਚੀਜ਼ ਚੱਕੀ ਹੋਣੀ ਹੈ। 4 ਮਿਰਚਾਂ ਉਹਨਾਂ ਨੇ ਭਾਵੇਂ ਇੰਡੀਆ ਤੋਂ ਚੱਕੀਆਂ ਹੁਣ, ਥੋੜੀਆਂ ਬਰਮਾ ਤੋਂ ਲਈਆਂ ਹੋਣੀਆਂ, ਚਾਈਨਾ ਤੋਂ ਲਈਆਂ ਹੋਣਗੀਆਂ, ਉਹ ਇਕੱਠੀਆਂ ਕਰਕੇ ਮਿਰਚਾਂ ਭੇਜ ਦਿੰਦੇ ਆ। ਹੁਣ ਮਿਰਚਾਂ ਜੋ ਕਿਹੜੀ ਕੱਢੋਗੇ ਤੁਸੀਂ? ਇੰਡੀਆ ਦੀ ਆ ਤੇ ਆਹ ਰਸ਼ੀਆ ਦੀ ਆ ਤੇ ਆਹ ਬਰਮਾ ਦੀ ਆ। ਹਾਂਜੀ, ਇਸ ਕਰਕੇ ਥੋੜਾ ਜਿਹਾ ਔਖਾ ਵੀ ਹੈ ਸੈਂਕਸ਼ਨ ਲਾਉਣਾ ਅੱਜ ਕੱਲ੍ਹ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਜਿਹੜੀ ਇਹਨਾਂ ਨੇ ਕਮੋਡਿਟੀ ਦੀ ਲਿਸਟ ਦੇ ਵਿੱਚ ਵਿਸਥਾਰ ਕੀਤਾ, ਉਹਦੇ ਵਿੱਚ ਇਹਨਾਂ ਨੇ ਸਨਫਲਾਵਰ ਆਇਲ ਤੇ ਜਿਹੜੇ ਐਕਸਟ੍ਰੈਕਟਡ ਮੀਲ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ।
ਸਨਫਲਾਵਰ ਆਇਲ ਜਿਹੜਾ ਸਭ ਤੋਂ ਵੱਧ ਯੂਰਪੀਅਨ ਯੂਨੀਅਨ ਦੇ ਮੈਂਬਰਸ ਇੰਪੋਰਟ ਕਰਦੇ। ਹਾਂਜੀ ਜੀ, ਤਾਂ ਹੀ ਕਰਕੇ ਫਿਰ ਇਹਨਾਂ ਨੇ ਇਹ ਹੁਣ ਕਹਿ ਦਿੱਤਾ। ਉਹ ਵੀ ਦੇਖ ਲਿਆ ਉਹਨਾਂ ਨੇ ਕਿ ਯੂਰਪੀਅਨ ਯੂਨੀਅਨ ਨੂੰ ਜੋ ਚੀਜ਼ਾਂ ਚਾਹੀਦੀਆਂ ਨਾ, ਉਹਨਾਂ ਨੇ ਉਹਨਾਂ ਚੀਜ਼ਾਂ ਤੇ ਲਾਈ ਹੈ ਇਹ ਸ਼ਰਤ ਕਿ ਤੁਸੀਂ ਰੂਬਲ ਦਿਓਗੇ ਤਾਂ ਖਰੀਦੋਗੇ, ਨਹੀਂ ਤਾਂ ਨਹੀਂ। ਹਾਂਜੀ ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਨਾਰਦਰਨ ਆਇਰਲੈਂਡ ਯੂਰਪੀਅਨ ਯੂਨੀਅਨ ਨੂੰ ਜੁਆਇਨ ਕਰਨਾ ਚਾਹੁੰਦਾ ਤੇ ਬੋਰਿਸ ਜੌਨਸਨ ਜੋ ਹੈਗੇ ਆ ਉਹਨਾਂ ਦੀ ਕਾਫੀ ਜ਼ਿਆਦਾ ਆਲੋਚਨਾ ਹੋਈ ਆ। ਇਹ ਪੂਰਾ ਮਸਲਾ ਹੈ ਕਿ ਆਪਣੇ ਸਰੋਤਿਆਂ ਨੂੰ ਡਿਟੇਲ ਦੇ ਵਿੱਚ ਦੱਸੋ। ਦੇਖੋ, ਜਦੋਂ ਇਹਨਾਂ ਨੇ ਯੂਰਪੀਅਨ ਯੂਨੀਅਨ ਛੱਡੀ ਸੀ ਇੰਗਲੈਂਡ ਵਾਲਿਆਂ ਨੇ, ਤੇ ਸਿਰਫ ਜਿੱਥੇ ਇੰਗਲਿਸ਼ ਲੋਕੀ ਰਹਿੰਦੇ ਆ ਨਾ, ਉਹਨਾਂ ਨੇ ਆਪੋਜੀਸ਼ਨ ਜ਼ਿਆਦਾ ਕੀਤੀ ਸੀ। ਸਕਾਟਲੈਂਡ ਦੇ ਵਿੱਚ, ਨਾਰਦਰਨ ਆਇਰਲੈਂਡ ਦੇ ਵਿੱਚ ਲੋਕਾਂ ਨੇ ਵੋਟ ਉਹਦੇ ਹੱਕ 'ਚ ਪਾਈ ਸੀ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਹਿੱਸਾ ਰਹਿਣਾ ਹੈ। ਸਕਾਟਲੈਂਡ ਦੀ ਜਿਹੜੀ ਜਿੰਨੀ ਵੀ ਇਕਨੋਮੀ ਆ ਉਹਨਾਂ ਨੂੰ ਫਾਇਦਾ ਹੁੰਦਾ, ਨਾਰਦਰਨ ਆਇਰਲੈਂਡ ਦੀ ਇਕਨੋਮੀ ਨੂੰ ਫਾਇਦਾ ਹੁੰਦਾ, ਤੇ ਨਾਰਦਰਨ ਆਇਰਲੈਂਡ ਤੇ ਹੁਣ ਉਹਨਾਂ ਦੀ ਆਪਣੀ ਸਰਕਾਰ ਬਣ ਗਈ ਹੈ। ਉਹ ਇਹੀ ਚਾਹੁੰਦੇ ਕਿ ਅਸੀਂ ਯੂਰਪੀਅਨ ਯੂਨੀਅਨ ਫਿਰ ਜੁਆਇਨ ਕਰੀਏ। ਹੁਣ ਕੀ ਇੱਕ ਜਦੋਂ ਇੰਗਲੈਂਡ ਨੇ ਫੈਸਲਾ ਕਰ ਲਿਆ, ਦੂਜੇ ਜਿਹੜੇ ਹਿੱਸੇ ਆ ਕੀ ਉਹ ਕਰ ਸਕਦੇ? ਜਿਹਦਾ ਉਹ ਤਾਂ ਫੈਡਰਲ ਢਾਂਚਾ ਵੀ ਨਹੀਂ ਹੈ ਸਾਡਾ, ਤਾਂ ਜਿਹਦਾ ਫੈਡਰਲ ਢਾਂਚਾ ਹੈ। ਜੇ ਕੈਨੇਡਾ ਵਾਲੇ ਕਿਸੇ ਨਾਲ ਫ੍ਰੀ ਟ੍ਰੇਡ ਨਾ ਕਰਨ ਤੇ BC ਵਾਲੇ ਕਹਿਣ ਅਸੀਂ ਕਰ ਲੈਣਾ, ਇਹ ਕਮ ਸੇ ਕਮ ਸਾਡੇ ਤੋਂ ਫੈਡਰਲ ਜੁਰਿਸਡਿਕਸ਼ਨ ਹੈ। ਹੋ ਸਕਦਾ ਅਸੀਂ ਇੰਟਰਨੈਸ਼ਨਲ ਟ੍ਰੇਡ ਦਾ ਕਰਕੇ ਨਾ ਕਰ ਸਕੀਏ ਕਿਉਂਕਿ ਸਾਡੇ ਫੈਡਰਲ ਸਰਕਾਰ ਕਹੇ ਨਹੀਂ ਅਸੀਂ ਉਹਨਾਂ ਨਾਲ ਕਰਨਾ। ਇੰਗਲੈਂਡ ਦੇ ਵਿੱਚ ਇਹ ਫੈਡਰਲ ਢਾਂਚਾ ਤਾਂ ਨਹੀਂ ਹੈ, ਪਰ ਪ੍ਰਾਈਮ ਮਿਨਿਸਟਰ ਦੇ ਆਲੋਚਕ ਇਹ ਗੱਲ ਕਰ ਰਹੇ ਆ ਕਿ ਜੇ ਸਾਡੇ ਪਾਰਟਸ ਸਕਾਟਲੈਂਡ ਤੇ ਨਾਰਦਰਨ ਆਇਰਲੈਂਡ ਚਾਹੁੰਦੇ ਆ ਕਿ ਉਹ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਨ, ਤੇ ਉਹਨੇ ਹਿੱਸੇ ਨੂੰ ਤੁਸੀਂ ਯੂਰਪੀਅਨ ਯੂਨੀਅਨ ਦਾ ਹਿੱਸਾ ਬਣਦੇ ਹੋ, ਕੋਈ ਗੱਲ ਨਹੀਂ। ਪਰ ਉਹ ਕਹਿੰਦੇ ਕਿ ਸਾਡੇ ਦੇਸ਼ ਦਾ ਫੈਸਲਾ ਹੈ। ਹਾਂਜੀ, ਇਹ ਸਾਡਾ ਦੇਸ਼ ਇੱਕ ਆ, ਅਸੀਂ ਯੂਨਿਟਰੀ ਸਰਕਾਰ ਹੈ ਸਾਡੀ, ਸਾਡੇ 'ਚ ਕੋਈ ਫੈਡਰਲਿਜ਼ਮ ਨਹੀਂ, ਸਾਡੇ 'ਚ ਕੋਈ ਵੱਖਰਾ ਮੁਲਕ ਨਹੀਂ। ਤੇ ਹੁਣ ਨਾਰਦਰਨ ਆਇਰਲੈਂਡ ਇਹ ਕਹਿੰਦੇ ਕਿ ਵੱਖਰਾ ਮੁਲਕ ਹਜੇ ਤਾਂ ਨਹੀਂ ਹੈ ਪਰ ਬਣ ਜਾਊਗਾ। ਹਾਂਜੀ, ਜੇ ਤੁਸੀਂ ਆਹ ਹੀ ਜਿੱਦ ਰੱਖੀ ਨਾ ਸਾਨੂੰ ਯੂਰਪੀਅਨ ਯੂਨੀਅਨ 'ਚ ਨਹੀਂ ਜਾਣ ਦੇਣਾ, ਫਿਰ ਅਸੀਂ ਵੱਖਰੇ ਹੋ ਕੇ ਯੂਰਪੀਅਨ ਯੂਨੀਅਨ ਦੇ ਵਿੱਚ ਚਲੇ ਜਾਵਾਂਗੇ। ਹਾਂਜੀ, ਨਾਲ ਦੀ ਨਾਲ ਉਹਨਾਂ ਦੀ ਇਹ ਵੀ ਧਮਕੀ ਆ ਨਾਰਦਰਨ ਆਇਰਲੈਂਡ ਦੀ ਕਿ ਅਸੀਂ ਅਸਲੀ ਆਇਰਲੈਂਡ ਦੇ ਨਾਲ ਮਿਲ ਜਾਣਾ। ਹਾਂਜੀ, ਕਿਉਂਕਿ ਉਹ ਅਜੇ ਵੀ ਯੂਰਪੀਅਨ ਯੂਨੀਅਨ ਦਾ ਹਿੱਸਾ ਨੇ। ਜੀ ਜੀ, ਤਾਂ ਉਹਨਾਂ ਦੀ ਮੰਗ ਵੀ ਬਹੁਤ ਚੜਦੀ ਇਹੀ ਹੈ ਵੀ ਆਇਰਲੈਂਡ ਸਾਡੀ ਧਰਤੀ ਆ, ਸਾਡਾ ਦੇਸ਼ ਹੈ, ਅਸੀਂ ਇਹਨਾਂ ਦੇ ਨਾਲ ਇੱਕ ਹੋਣਾ। ਸਕਾਟਲੈਂਡ ਵਾਲੇ ਅੱਗੇ ਹੀ ਉਹਨਾਂ ਦਾ ਰੈਫਰੈਂਡਮ ਅਗਲੇ ਸਾਲ ਆ ਰਿਹਾ। ਹਾਂਜੀ, 2023 ਦੇਖਦੇ ਆ ਕੀ ਹੁੰਦਾ। ਤੇਲ ਦੇਖੋ, ਤੇਲ ਦੀ ਧਾਰ ਦੇਖੋ ਕਹਿੰਦੇ ਜੀ। ਡਾਕਟਰ ਸਾਹਿਬ, ਇਹ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ। ਤੇ ਹੁਣ ਆਪਾਂ ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਇਹ ਖਬਰ ਯੁਗਾਂਡਾ ਤੋਂ। ਡਾਕਟਰ ਸਾਹਿਬ, ਇੱਕ 44 ਸਾਲਾਂ ਦੀ ਔਰਤ ਨੇ 40 ਬੱਚਿਆਂ ਨੂੰ ਜਨਮ ਦਿੱਤਾ। ਇਸ ਖਬਰ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ। ਲੋਕੀ ਵੈਸੇ ਤਾਂ ਹੈਰਾਨ ਹੁੰਦੇ ਹੋਣੇ ਵੀ 64 ਸਾਲਾਂ ਦਾ ਵਿਆਹ ਹੋ ਗਿਆ। ਹਾਂਜੀ, ਇਸ ਔਰਤ ਨੂੰ 12 ਸਾਲਾਂ ਦੀ ਨੂੰ ਇੱਕ ਟ੍ਰਾਈਬ ਨੇ ਵੇਚ ਦਿੱਤਾ ਸੀ, ਵਿਆਹ ਕਰਤਾ ਉਹਦਾ। ਤੇ ਉਹਦੀ ਓਵਰੀਜ਼ ਜਿਹੜੀ ਉਹਦੇ ਵਿੱਚ ਕੋਈ ਬਿਮਾਰੀ ਆ ਜਿਹਦੇ ਵਿੱਚੋਂ ਅਕਸਰ ਔਰਤ ਦੇ ਵਿੱਚੋਂ ਉਹਨਾਂ ਦੇ ਇੱਕ ਐਗ ਜਿਹਨੂੰ ਆਂਡਾ ਕਹਿੰਦੇ ਹੁੰਦੇ ਆ ਓਵਰੀ ਦੇ ਵਿੱਚੋਂ ਆਉਂਦਾ ਆ ਤੇ ਇੱਕ ਬੱਚਾ ਫਿਰ ਜਨਮਦਾ। ਕਿਤੇ ਕਿਤੇ ਤੁਸੀਂ ਸੁਣਦੇ ਹੋਣੇ ਵੀ ਬੱਚੇ ਜੁੜਵਾਂ ਬੱਚੇ ਪੈਦਾ ਹੋਏ, ਟਵਿਨਸ। ਉਹ ਇਸ ਕਰਕੇ ਹੁੰਦੇ ਕਿ ਓਵਰੀਜ਼ ਦੇ ਵਿੱਚੋਂ 2 ਐਗਸ ਥੱਲੇ ਆ ਜਾਂਦੇ ਆ ਤਾਂ ਉਹ ਫਰਟੀਲਾਈਜ਼ ਹੋ ਜਾਂਦੇ ਆ। ਇਸ ਔਰਤ ਨੇ ਕੋਈ ਬਿਮਾਰੀ ਕਰਕੇ 4-4 5-5 ਵਾਰੀ ਉਹ ਐਗਸ ਜਿਹੜੇ ਥੱਲੇ ਨੂੰ ਆਉਂਦੇ ਆ ਤੇ ਉਹ ਕਈ ਵਾਰੀ ਇੱਕ ਵਾਰੀ ਉਹਨੇ 4 ਬੱਚੇ ਜਨਮੇ, ਇੱਕ ਵਾਰੀ 5 ਜਨਮੇ। 40 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਸੀ ਜਿਹੜਾ ਇੱਕ ਵਾਰੀ ਇੱਕ ਹੀ ਆਇਆ ਸੀ। 39 ਜਾਂ ਜੋੜੇ ਆਏ ਆ ਜਾਂ 3 ਦੇ ਨਾਲ ਆਏ ਆ, 4 ਆਏ ਆ ਜਾਂ 5 ਆਏ ਆ। ਪਰ ਇੱਕ ਸੋਸ਼ੀਓਲੋਜਿਸਟ ਗੱਲ ਕਰਦੇ ਹੁੰਦੇ ਆ ਕਿ ਜਿਨ੍ਹਾਂ ਦੇ ਇਕੱਲੇ ਹੀ ਬੱਚੇ ਆ ਨਾ, ਉਸ ਬੱਚੇ ਨੂੰ ਫਿਰ ਟੀਮ ਵਰਕ ਕਦੇ ਨਹੀਂ ਸਿੱਖਦਾ। ਹਾਂਜੀ, ਉਹਨੂੰ ਸੋਸ਼ਲ ਸਕਿੱਲਸ ਨਹੀਂ ਹੁੰਦੀਆਂ। ਇਕੱਲੇ ਬੱਚੇ ਦੇ ਵੈਸੇ ਵੀ ਮਾਂ ਮਗਰ ਤੁਰੀ ਫਿਰਦੀ ਆ, ਤੂੰ ਆਹ ਖਾ ਲਾ, ਤੂੰ ਆਹ ਖਾ ਲਾ, ਤੂੰ ਆਹ ਖਾ ਲਾ। ਹੁਣ ਜਿੱਥੇ 40 ਬੱਚੇ ਹੋਣੇ ਆ ਉਹ ਤਾਂ ਟੁੱਟ ਕੇ ਪੈਂਦੇ ਹੋਣੇ ਆ ਵੀ ਜੇ ਖਾ ਲਿਆ ਤਾਂ ਖਾ ਲਿਆ, ਨਹੀਂ ਤਾਂ ਕਿਸੇ ਨੇ ਨਹੀਂ ਪੁੱਛਣਾ ਇੱਥੇ। ਹਾਂਜੀ, 40 ਬੱਚਿਆਂ 'ਚ ਤੁਸੀਂ ਇਕੱਲੀ ਇੱਕ ਮਾਂ ਜਿਹੜੀ ਕੱਲੇ ਦੇ ਮਗਰ ਤਾਂ ਫਿਰਨੋਂ ਰਹੀ, ਫਿਰ ਉਹਨਾਂ ਨੂੰ 40 ਨੂੰ ਕੱਲੇ ਨੂੰ ਕਮਰਾ ਦੇਣਾ। 40 ਕਮਰਿਆਂ ਦਾ ਹੋਟਲ ਹੋਊਗਾ ਤਾਂ ਦੇ ਸਕਦੇ ਆ। ਹਾਂਜੀ,
ਇੱਥੇ ਤਾਂ ਕਹਿੰਦੇ ਨਾ ਕਿ ਬੱਚੇ ਜਿਹੜੇ ਆਪਣੇ ਰੂਮ 'ਚ ਰਹਿੰਦੇ ਆ ਉਹ ਸਾਡੇ ਕਨਸੈਪਟ ਹੈ ਪ੍ਰਾਈਵੇਟ ਸਪੀਅਰ ਹੈ ਸਾਡਾ। ਹਾਂਜੀ, ਤੁਸੀਂ ਸਾਡੇ ਕਮਰੇ 'ਚ ਨਹੀਂ ਆ ਸਕਦੇ। ਓਨ ਸਪੇਸ, ਆਪ ਓਨ ਸਪੇਸ ਹੈ। ਫਿਰ ਉਹਨਾਂ ਦੇ ਖਾਸ ਤੌਰ ਤੇ ਵਾਸ਼ਰੂਮ 'ਚ ਕੋਈ ਨਹੀਂ ਵੜ ਸਕਦਾ। ਹਾਂਜੀ, ਜੇ ਜਾਣਾ ਵੀ ਹੈ ਤੁਸੀਂ ਆਪਣੇ ਘਰ 'ਚ ਹੀ ਉਹਨਾਂ ਦੇ ਕਮਰੇ 'ਚ ਨਹੀਂ ਵੜ ਸਕਦੇ। ਹਾਂਜੀ, ਉਹਨਾਂ ਦਾ ਆਪਣਾ ਕਮਰਾ ਹੈ। ਤੇ ਜਿਹੜੇ 40 ਬੱਚਿਆਂ ਵਾਲੇ ਉਹ ਤਾਂ ਕਹਿ ਨਹੀਂ ਸਕਦੇ ਨਾ, ਨਹੀਂ ਉਹਨਾਂ ਕੋਲ ਤਾਂ ਚੋਇਸ ਹੀ ਨਹੀਂ। ਉਹ ਇੱਕ ਹੀ ਕਮਰੇ 'ਚ ਸੌਂਦੇ ਹੋਣੇ ਸਾਰੇ। ਹਾਂਜੀ, ਤੇ ਉਹਨਾਂ ਦੇ ਵਿੱਚ ਟੀਮ ਵਰਕ ਵੀ ਪਊਗਾ। ਘਰ ਦੀਆਂ 2-3 ਕਿੰਨੀਆਂ 12-11 ਹੁੰਦੇ ਪਲੇਅਰ ਸੌਕਰ ਦੇ ਕਹਿੰਦੇ। ਹਾਂਜੀ, ਤੇ 3-4 ਟੀਮਾਂ ਤਾਂ ਉਹਨਾਂ ਦੀਆਂ ਘਰ ਦੀਆਂ ਹੋਣੀਆਂ। ਹਾਂਜੀ, ਚਾਹੇ ਕ੍ਰਿਕਟ ਟੀਮਾਂ ਬਣਾਉਣਾ ਚਾਹੇ ਸੌਕਰ ਟੀਮਾਂ ਬਣਾਉਣਾ। ਸੋ ਇਹਨਾਂ ਦੇ ਵਿੱਚ ਸੋਸ਼ਲ ਸਕਿੱਲਸ ਤਾਂ ਹੋਣੀਆਂ। ਪਰ ਦੇਖੋ ਕਿ ਇੱਕ ਔਰਤ ਦੇ ਕੋਲ 40 ਬੱਚੇ ਜੀ, ਔਰ 40 ਬੱਚਿਆਂ ਨੂੰ ਮਾਂ ਨੇ ਪਾਲਣਾ ਜੀ, ਇਹ ਇੱਕ ਕਿਸਮ ਦਾ ਲੰਗਰ ਚੱਲਦਾ ਹੋਣਾ ਉਹਨਾਂ ਦੇ ਘਰ। ਚੈਲੰਜਿੰਗ ਹੈ ਡਾਕਟਰ ਸਾਹਿਬ, ਕਾਫੀ ਜ਼ਿਆਦਾ ਵੈਸੇ ਔਰਤ ਦੇ ਲਈ, ਸਾਰੀ ਪਰਿਵਾਰ ਲਈ ਔਰ ਚੈਲੰਜਿੰਗ ਹੋਣਾ। ਹਾਂਜੀ, ਇਕੱਲੀ ਤਾਂ ਵਿਚਾਰੀ ਹੋਣੀ ਨਹੀਂ, ਉਹਦੇ ਹਸਬੈਂਡ ਹੋਣੇ ਆ, ਉਹਨਾਂ ਦੀ ਫੈਮਿਲੀ ਹੋਣੀ ਆ। ਪਰ ਬੱਚੇ ਜ਼ਿਆਦਾਤਰ ਆਪਣੀ ਮਾਂ ਤੋਂ ਹੀ ਚੀਜ਼ਾਂ ਦੀ ਡਿਮਾਂਡ ਕਰਦੇ ਹੁੰਦੇ। ਡਿਮਾਂਡ ਤਾਂ ਇਹ ਹੈ ਵੀ ਮਾਂ ਦੀ ਜਿਹੜੀਆਂ ਬੱਚੇ ਦੀਆਂ ਰਮਜ਼ਾਂ ਕਹਿੰਦੇ ਹੁੰਦੇ ਬੱਚੇ ਦੀ ਮਾਂ ਜਾਣੇ। ਹਾਂਜੀ, ਜਿਹੜੀ ਜੇ ਬੱਚਾ ਨਹੀਂ ਕੁਝ ਕਹਿੰਦਾ ਕਹਿੰਦੇ ਹੁੰਦੇ ਕਿ ਮਾਂ ਨੂੰ ਪਤਾ ਹੁੰਦਾ। ਹਾਂਜੀ, ਬਿਲਕੁਲ। ਤੇ ਉਹ 40 ਦਾ ਜ਼ਰੂਰ ਪਤਾ ਹੁੰਦਾ ਨਾ। 40 ਦੇ ਜਾਂ ਜੋਤਸ਼ੀ ਨੂੰ ਪੁੱਛਦੇ ਹੋਣੇ ਵੀ ਇਹਨੇ ਕੀ ਕਿਹਾ, ਇਹਨੇ ਕੀ ਕਿਹਾ। ਹਾਂਜੀ, ਕਿ 40 ਬੱਚੇ ਸਾਹਮਣੇ ਸੌਖੀ ਗੱਲ ਨਹੀਂ। ਹਾਂਜੀ, ਚਲੋ ਇਹਦੇ ਨਾਲ ਤੁਸੀਂ ਕੋਈ ਅੱਜ ਦਾ ਵਿਚਾਰ ਦੱਸੋ। ਠੀਕ ਹੈ ਡਾਕਟਰ ਸਾਹਿਬ, ਮੈਂ ਤੁਹਾਨੂੰ ਅੱਜ ਦਾ ਵਿਚਾਰ ਦੱਸ ਦਿੰਦੀ ਹਾਂ। ਅੱਜ ਦਾ ਵਿਚਾਰ ਹੈ ਜੀ, ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਕਈਆਂ ਦੀਆਂ ਹੱਡੀਆਂ ਤੜਵਾ ਜ਼ਰੂਰ ਦਿੰਦੀ ਆ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।